ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਬਹੁਤ ਹੀ ਖਾਸ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਸਰੀਰਕ ਬਿਮਾਰੀਆਂ ਦੀ ਜਾਂ ਫਿਰ ਮਾਨਸਿਕ ਬਿਮਾਰੀਆਂ ਦੀ, ਤਾਂ ਹਰ ਇੱਕ ਨੂੰ ਜਦੋਂ ਵੀ ਕਿਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਜਦੋਂ ਆਪਸ ਦੇ ਵਿੱਚ ਇਕੱਠੇ ਹੁੰਦੇ ਆ ਤੇ ਹਰ ਕੋਈ ਆਪਣਾ ਦੁੱਖੜਾ ਜਿਹੜਾ ਸੁਣਾਉਂਦਾ ਹੈ। ਕੋਈ ਕਹਿੰਦਾ ਹੈ ਕਿ ਮੈਂ ਆਹ ਬਿਮਾਰੀ ਦੇ ਨਾਲ ਗ੍ਰਸਤ ਹਾਂ, ਕੋਈ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ, ਯਾਨੀ ਕਿ ਮਾਨਸਿਕ ਬਿਮਾਰੀ ਹੈ। ਬਹੁਤ ਸਾਰੀਆਂ ਐਸੀਆਂ ਗੱਲਾਂ ਬਾਤਾਂ ਜਿਹੜੀਆਂ ਆਮ ਚੱਲਦੀਆਂ ਰਹਿੰਦੀਆਂ ਨੇ। ਸੋ ਐਸੀ ਇੱਕ ਬਿਮਾਰੀ ਕਹਿ ਸਕਦੇ ਹਾਂ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਂ ਫਿਰ ਸਾਡੀ ਕਮਿਊਨਿਟੀ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀ ਹੈ ਘਰ ਕਰ ਚੁੱਕੀ ਹੈ। ਜਿਵੇਂ ਕਿ ਸ਼ੂਗਰ ਦੀ ਬਿਮਾਰੀ। ਸ਼ੂਗਰ ਹਰ ਘਰ ਦੇ ਵਿੱਚ ਅੱਜ ਮਤਲਬ ਆਪਾਂ ਇਹ ਕਹਿ ਸਕਦੇ ਆਲਮੋਸਟ ਸਾਰੇ ਘਰਾਂ ਦੇ ਵਿੱਚ ਪਹੁੰਚ ਚੁੱਕੀ ਹੈ। ਤੇ ਜਦੋਂ ਸ਼ੂਗਰ ਦੀ ਗੱਲ ਤੁਰਦੀ ਹੈ ਤਾਂ ਨਾਲ ਨਾਲ ਇਹ ਕਿਹਾ ਜਾਂਦਾ ਕਿ ਇਹ ਬਿਮਾਰੀ ਜਿਹੜੀ ਹੈ ਠੀਕ ਹੋਣ ਵਾਲੀ ਨਹੀਂ ਹੈਗੀ। ਸੋ ਇਹਦੇ ਨਾਲ ਬਹੁਤ ਸਾਰੇ ਅੱਗੋਂ ਸਿੰਪਟਮ ਪੈਦਾ ਹੋ ਜਾਂਦੇ ਆ, ਜਿਹਦੇ ਨਾਲ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਨਾਰਮਲ ਜਿਹੜੀ ਇੱਕ ਹਿਊਮਨ ਬੋਡੀ ਜਾਂ ਫਿਰ ਇੱਕ ਨਾਰਮਲ ਜ਼ਿੰਦਗੀ ਜਿਹੜੀ ਆ ਨਾਰਮਲ ਰਹਿੰਦੀ ਨਹੀਂ। ਬਹੁਤ ਸਾਰੇ ਜਿਹੜੀਆਂ ਚੇਂਜਸ ਜਿਹੜੀਆਂ ਉਹਦੇ ਨਾਲ ਆ ਜਾਂਦੀਆਂ ਨੇ। ਸੋ ਸਾਡਾ ਮਕਸਦ ਹੈ ਜੀ ਕਿ ਅੱਜ ਇਸ ਸ਼ੂਗਰ ਦੇ ਵਿਸ਼ੇ ਦੇ ਉੱਤੇ, ਯਾਨੀ ਕਿ ਡਾਇਬਟੀਜ਼ ਦੇ ਬਾਰੇ ਜਿਹੜੀ ਹੈ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ। ਇਹ ਬਿਮਾਰੀ ਕਿਵੇਂ ਹੁੰਦੀ ਹੈ, ਕੀ ਇਹਦੇ ਲੱਛਣ ਨੇ, ਹੁੰਦੀ ਕਿਉਂ ਹੈ, ਇਹ ਵੀ ਵੱਡੀ ਗੱਲ ਹੈਗੀ ਆ। ਤੇ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਜਾਂ ਫਿਰ ਨਹੀਂ। ਸੋ ਇਹ ਵੀ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਸਾਡੇ ਨਾਲ ਬਹੁਤ ਹੀ ਖਾਸ ਸਾਡੇ ਕਮਲਪ੍ਰੀਤ ਸਿੰਘ ਜੀ, ਜੋ ਕੈਨੇਡਾ ਦੀ ਧਰਤੀ ਤੋਂ ਨੇ, ਹੈਲਥ ਐਕਸਪਰਟ ਨੇ। ਹਰ ਇੱਕ ਬਿਮਾਰੀ ਦੇ ਬਾਰੇ ਉਹ ਖੁੱਲ ਕੇ ਬੋਲਦੇ ਨੇ, ਜਾਂ ਫਿਰ ਕਹਿ ਲਈਏ ਵੀ ਕੋਈ ਵੀ ਐਸੀ ਗੱਲਬਾਤ ਹੋਵੇ ਉਹਦੇ ਬਾਰੇ ਖੁੱਲ ਕੇ ਗੱਲਬਾਤ ਕਰਦੇ ਨੇ। ਅੱਜ ਕੱਲ੍ਹ ਚਰਚਾ ਦੇ ਵਿੱਚ ਵੀ ਉਹ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ, ਤੇ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਕਵਾਂਗੇ ਪ੍ਰੋਗਰਾਮ ਦੇ ਵਿੱਚ, ਤੇ ਫਿਰ ਅੱਗੇ ਗੱਲ ਜਿਹੜੀ ਹੈ ਉਹ ਸ਼ੁਰੂ ਕਰਾਂਗੇ। ਕਮਲਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੈਂ ਬਹੁਤ ਬਹੁਤ ਜੀ ਆਇਆਂ ਨੂੰ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ, ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡਾ ਟੌਪਿਕ ਹੈ ਅੱਜ ਦਾ ਮਜ਼ਮੂਨ ਹੈ ਸ਼ੂਗਰ, ਯਾਨੀ ਕਿ ਡਾਇਬਟੀਜ਼ ਜਿਹਨੂੰ ਆਪਾਂ ਕਹਿੰਦੇ ਆ, ਜਿਹਨੂੰ ਲੈ ਕੇ ਆਪਾਂ ਕਹਿ ਲਈਏ ਆਲਮੋਸਟ ਸਾਰੇ ਘਰ ਜਿਹੜੇ ਹੈ ਉਹਨਾਂ ਦੇ ਵਿੱਚ ਇਹ ਆਵਾਜ਼ ਆਉਂਦੀ ਹੈ ਵੀ ਭਾਈ ਡਾਇਬਟੀਜ਼ ਪਹੁੰਚ ਚੁੱਕੀ ਹੈ, ਸ਼ੂਗਰ ਪਹੁੰਚ ਚੁੱਕੀ ਹੈ, ਇਹ ਠੀਕ ਨਹੀਂ ਹੋਣੀ, ਹੁਣ ਬਸ ਤਾਂ ਇਹਦੇ ਨਾਲ ਹੀ ਜਾਣਾ ਪੈਣਾ। ਟੈਬਲੇਟਸ ਦਾ, ਗੋਲੀਆਂ ਦਾ ਥੱਬਾ ਥੱਬਾ ਜਿਹੜਾ ਹੈ ਉਹ ਖਾ ਕੇ ਆਪਣਾ ਜ਼ਿੰਦਗੀ ਬਸਰ ਕਰ ਰਹੇ ਹਾਂ। ਕਿਵੇਂ ਹੁੰਦੀ ਹੈ ਸਾਰੀ ਗੱਲਬਾਤ। ਪਰ ਮੇਰਾ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਡਾਇਬਟੀਜ਼ ਹੈ ਕੀ ਹੈ। ਆਪਾਂ ਪਹਿਲਾਂ ਇਹ ਦੱਸੀਏ ਆਪਣੇ ਦਰਸ਼ਕਾਂ ਨੂੰ। ਹਾਂਜੀ, ਡਾਇਬਟੀਜ਼ ਦਾ ਮਤਲਬ ਹੁੰਦਾ ਹੈ ਕਿ ਸਾਡੇ ਬਲੱਡ ਦੇ ਵਿੱਚ ਸ਼ੂਗਰ ਦੀ ਮਾਤਰਾ ਇੱਕ ਨਾਰਮਲ ਰੇਂਜ ਤੋਂ ਜ਼ਿਆਦਾ ਹੋ ਜਾਣਾ, ਉਹਦਾ ਨਾਮ ਡਾਇਬਟੀਜ਼ ਦਿੱਤਾ ਗਿਆ ਹੈ। ਇਹ ਕੋਈ ਬਿਮਾਰੀ ਨਹੀਂ ਹੈਗੀ, ਇਹ ਇੱਕ ਮੈਡੀਕਲ ਕੰਡੀਸ਼ਨ ਹੈਗੀ। ਐਕਚੁਅਲੀ ਵਿੱਚ ਆਪਾਂ ਸਾਰਿਆਂ ਨੂੰ ਹੀ ਸ਼ੂਗਰ ਹੈਗੀ, ਤੁਹਾਨੂੰ ਵੀ ਸ਼ੂਗਰ ਹੈਗੀ, ਮੈਨੂੰ ਵੀ ਸ਼ੂਗਰ ਹੈਗੀ, ਜੋ ਇਹ ਪ੍ਰੋਗਰਾਮ ਦੇਖ ਰਹੇ ਉਹਨੂੰ ਵੀ ਸ਼ੂਗਰ ਹੈਗੀ, ਤੇ ਦੁਨੀਆ ਵਿੱਚ ਜਿੰਨੇ ਵੀ ਲੋਕੀ ਹੈਗੇ ਸਾਰਿਆਂ ਵਿੱਚ ਸ਼ੂਗਰ ਹੈਗੀ। ਕਿਉਂ? ਕਿਉਂਕਿ ਇਹ ਸ਼ੂਗਰ ਹੀ ਸੋਰਸ ਆਫ ਐਨਰਜੀ ਹੈਗਾ। ਜਦ ਅਸੀਂ ਭੋਜਨ ਛਕਦੇ ਹਾਂ ਤੇ ਭੋਜਨ ਛਕ ਕੇ ਉਹ ਗਲੂਕੋਜ਼ ਜਿਹੜਾ ਹੈਗਾ ਉਹ ਸਾਡੇ ਖੂਨ ਵਿੱਚ ਟਰਾਂਸਪੋਰਟ ਹੁੰਦਾ ਹੈ, ਸਰੀਰ ਦੇ ਹਰ ਕੋਨੇ-ਕੋਨੇ ਵਿੱਚ ਜਾਂਦਾ ਹੈ ਤੇ ਸਾਨੂੰ ਊਰਜਾ ਦਿੰਦਾ ਹੈ। ਇਸੀ ਊਰਜਾ ਨਾਲ ਆਪਾਂ ਆਪਣਾ ਕੰਮਕਾਜ ਕਰਦੇ ਹਾਂ, ਵੀਡੀਓ ਦੇਖਦੇ ਹਾਂ, ਵੀਡੀਓ ਸੁਣਦੇ ਹਾਂ, ਹੁਣੇ ਮੈਂ ਬੋਲ ਰਿਹਾ ਤੇ ਸਾਰਾ ਕੁਝ ਕੰਮ ਸ਼ੂਗਰ ਦੇ ਨਾਲ ਹੋ ਰਿਹਾ ਹੈ। ਲੇਕਿਨ ਇੱਕ ਮਾਤਰਾ ਤੋਂ ਉੱਤੇ ਹੋ ਜਾਂਦਾ ਹੈ ਤੇ ਫਿਰ ਇਹ ਡਾਇਬਟੀਜ਼ ਦਾ ਰੂਪ ਧਾਰਨ ਕਰ ਲੈਂਦਾ ਹੈ, ਇੱਕ ਨਾਰਮਲ ਰੇਂਜ ਤੋਂ ਉੱਤੇ ਚਲੇ ਜਾਂਦਾ ਹੈ। ਜਿਵੇਂ ਮੈਂ ਫੋਰ ਐਗਜ਼ਾਮਪਲ ਦਿੰਦਾ, ਆਪਾਂ ਜਿਵੇਂ ਸਮਝੀਏ ਕਿ ਇੱਕ ਹਾਈਵੇ ਹੈ, ਹਾਈਵੇ ਤੇ 10 ਬੱਸਾਂ ਚੱਲਦੀ ਪਈਆਂ ਨੇ, 10 ਬੱਸਾਂ ਵਿੱਚ ਹਰ ਬੱਸ ਵਿੱਚ 10-10 ਬੰਦੇ ਜਾ ਸਕਦੇ ਆ, ਯਾਨੀ ਕਿ ਇੱਕ ਟਾਈਮ ਤੇ 10 ਬੱਸਾਂ ਵਿੱਚ 10 ਬੰਦੇ ਜਾਣਗੇ ਤੇ 100 ਬੰਦੇ ਟਰਾਂਸਪੋਰਟ ਹੋ ਜਾਣਗੇ। ਹੁਣ ਆਪਾਂ ਸੋਚੀਏ ਕਿ ਜੇ ਆਪਾਂ ਜ਼ਿਆਦਾ ਲੋਕਾਂ ਨੂੰ ਭੇਜਣਾ ਤਾਂ ਆਪਾਂ ਬੱਸਾਂ ਵਧਾ ਦਿੰਦੇ ਆ। ਸੋ ਜੇ 1000 ਆਪਾਂ ਬੱਸ ਕਰ ਦਿੱਤੀਆਂ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ 10,000 ਲੋਕੀ ਟਰਾਂਸਪੋਰਟ ਹੋ ਜਾਣਗੇ। ਇਹਦਾ ਮਤਲਬ ਹੈ ਕਿ ਜਾਮ ਲੱਗ ਜਾਏਗਾ ਉੱਥੇ, ਹੈ ਨਾ। ਸਮਝਣ ਦਾ ਮਤਲਬ ਹੈ ਕਿ ਜੇ ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਜਿਹੜੀ ਹੈ ਇੱਕ ਨਾਰਮਲ ਤੋਂ ਉੱਤੇ ਆ ਜਾਏ ਤੇ ਫਿਰ ਸਰੀਰ ਤੇ ਕਿਤੇ ਨਾ ਕਿਤੇ ਬੋਝ ਪੈਣਾ ਸ਼ੁਰੂ ਹੋ ਜਾਂਦਾ ਹੈ, ਤੇ ਜਿੱਥੇ ਜਿਸ ਏਰੀਆ ਵਿੱਚ ਜਾ ਕੇ ਸ਼ੂਗਰ ਐਕਸਟਰਾ ਇਕੱਠੀ ਹੋਏਗੀ ਉੱਥੇ ਦੀ ਬਿਮਾਰੀ ਕਰੇਗੀ। ਚਾਹੇ ਅੱਖਾਂ ਵਿੱਚ ਜਾਏਗੀ ਤੇ ਰੈਟੀਨੋਪੈਥੀ ਕਰੇਗੀ, ਕਿਡਨੀਜ਼ ਵਿੱਚ ਜਾਏਗੀ ਨਿਊਰੋਪੈਥੀ, ਆਪਣੀ ਨੈਫਰੋਪੈਥੀ ਕਰੇਗੀ, ਆਪਣੀ ਨਰਵਸ ਵਿੱਚ ਜਾਏਗੀ ਨਿਊਰੋਪੈਥੀ ਕਰੇਗੀ, ਔਰ ਹਰ ਪਾਸੇ ਕੁਝ ਨਾ ਕੁਝ ਬਿਮਾਰੀ ਆਊਗੀ। ਸੋ ਡਾਇਬਟੀਜ਼ ਜਿਹੜੀ ਹੈ ਉਹਦਾ ਮਤਲਬ ਹੈ ਕਿ ਬੋਡੀ ਵਿੱਚ ਸ਼ੂਗਰ ਦੀ ਮਾਤਰਾ ਇੱਕ ਨਾਰਮਲ ਰੇਂਜ ਤੋਂ ਉੱਤੇ ਹੋ ਜਾਣਾ। ਬਿਲਕੁਲ ਬਿਲਕੁਲ। ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਦੋਸਤੋ, ਜਿਵੇਂ ਕਮਲਪ੍ਰੀਤ ਸਿੰਘ ਹੋਰੀ ਦੱਸ ਰਹੇ ਨੇ ਕਿ ਜਿਹੜੀ ਇਹ ਸ਼ੂਗਰ ਦੇ ਨਾਲ ਜਦੋਂ ਆਪਣੇ ਸਰੀਰ ਦੇ ਵਿੱਚ ਇੱਕ ਆਪਾਂ ਜਦੋਂ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਟ੍ਰੈਫਿਕ ਵਾਂਗ ਗੱਲਬਾਤ ਹੈ ਕਿ ਜਾਮ ਲੱਗ ਜਾਂਦਾ, ਜਿਵੇਂ ਟ੍ਰੈਫਿਕ ਆਮ ਰੋਡਸ ਦੇ ਉੱਤੇ ਹੋ ਜਾਂਦੀ, ਇਸ ਤਰ੍ਹਾਂ ਸ਼ੂਗਰ ਵੀ ਵੱਧ ਜਾਂਦੀ ਹੈ। ਸੋ ਦੂਸਰਾ ਇੱਕ ਕੁਐਸਚਨ ਜਿਹੜਾ ਮੇਰਾ ਹੈ ਕਿ ਸ਼ੂਗਰ ਵਾਕਈ ਇੱਕ ਆਪਾਂ ਕਹਿ ਲਈਏ ਕਿ ਡਿਜ਼ੀਜ਼ ਹੈਗੀ ਆ, ਇੱਕ ਬਿਮਾਰੀ ਹੈ ਕਿ ਇਸ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਲੋਕ ਤੇ ਫਿਰ ਇਹਦੇ ਨੁਕਸਾਨ ਹੁੰਦੇ ਨੇ। ਇਹਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਜੀ। ਹਾਂਜੀ, ਜਿਵੇਂ ਮੈਂ ਦੱਸਿਆ ਸੀਗਾ ਕਿ ਸ਼ੂਗਰ ਸਾਡੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈਗੀ। ਸ਼ੂਗਰ ਆਪਣੇ ਆਪ ਵਿੱਚ ਬਿਮਾਰੀ ਨਹੀਂ ਹੈਗੀ, ਲੇਕਿਨ ਜਦ ਇਹ ਇੱਕ ਨਾਰਮਲ ਰੇਂਜ ਤੋਂ ਲਗਾਤਾਰ ਉੱਤੇ ਰਹਿਣ ਲੱਗ ਪਵੇ ਤੇ ਇੱਕ ਮੈਡੀਕਲ ਕੰਡੀਸ਼ਨ ਬਣ ਜਾਂਦੀ ਹੈ, ਜਿਹਦੇ ਵਿੱਚ ਸਾਨੂੰ ਸਿੰਪਟਮਸ ਆਉਣ ਲੱਗ ਪੈਂਦੇ ਆ। ਜਿਵੇਂ ਕਿ ਜੇ ਸਾਡੇ ਸ਼ੂਗਰ ਕਾਫੀ ਟਾਈਮ ਤੱਕ ਜ਼ਿਆਦਾ ਰਹਿਣ ਲੱਗ ਪਵੇ ਤੇ ਸਾਡੀ ਅੱਖਾਂ ਵਿੱਚ ਧੁੰਦਲਾਪਨ ਸਾਨੂੰ ਫੀਲ ਹੋ ਸਕਦਾ ਹੈ, ਸਾਨੂੰ ਬਾਰ-ਬਾਰ ਪਿਸ਼ਾਬ ਜਾਣ ਪੈ ਸਕਦਾ ਹੈ, ਸਾਡੇ ਪੈਰਾਂ ਵਿੱਚ ਸੇਕ ਜਲਨ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੇ ਕੰਡੀਸ਼ਨਸ ਬਣਨੀ ਸ਼ੁਰੂ ਹੋ ਜਾਂਦੀਆਂ ਨੇ। ਓਵਰਆਲ ਵੀਕਨੈਸ, ਥਕਾ ਲੱਗਣਾ, ਇਹ ਸਾਰੇ ਸਿੰਪਟਮਸ ਅਗਰ ਆ ਰਹੇ ਹੈ ਤੇ ਹੋ ਸਕਦਾ ਹੈ ਕਿ ਸਾਨੂੰ ਡਾਇਬਟੀਜ਼ ਹੋ ਗਈ ਹੋਵੇ।
ਕਿਆ ਬਾਤ ਹੈ, ਠੀਕ ਹੈ, ਠੀਕ ਹੈ। ਤੇ ਜੇ ਹੁਣ ਆਪਾਂ ਇੱਕ ਵੱਡੀ ਗੱਲ ਜਿਹੜੀ ਇੱਥੇ ਇਹ ਆਉਂਦੀ ਹੈ ਵੀ ਭਾਈ ਮੇਰੀ ਸ਼ੂਗਰ ਤਾਂ ਇਸ ਪੁਆਇੰਟ ਤੋਂ ਉੱਪਰ ਚਲੀ ਗਈ ਹੈ, ਤੇ ਉੱਥੇ ਸਾਰਾ ਜਿਹੜਾ ਹੈ ਰੇੜਕਾ ਸ਼ੁਰੂ ਹੋ ਜਾਂਦਾ, ਤੇ ਡਾਕਟਰਾਂ ਵੱਲੋਂ ਵੀ ਜਾਂ ਗੱਲਬਾਤ ਆਮ ਕੀਤੀ ਜਾਂਦੀ ਹੈ ਕਿ ਜੇ ਤੇਰੀ ਸ਼ੂਗਰ ਇਸ ਲੈਵਲ ਤੇ ਆ ਗਈ ਹੈ ਜਾਂ ਫਿਰ ਇਸ ਤੋਂ ਉੱਪਰ ਚਲੀ ਗਈ ਹੈ ਤੇ ਤੂੰ ਸ਼ੂਗਰ ਤੋਂ ਪੀੜਤ ਹੈਗਾ, ਆਮ ਕਹਿ ਦਿੱਤਾ ਜਾਂਦਾ। ਤੇ ਮੈਂ ਇਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਸ਼ੂਗਰ ਦੀ ਜਿਹੜੀ ਰੇਂਜ ਹੈ, ਲਿਮਿਟ ਹੈਗੀ ਹੈ, ਉਹ ਕਿੰਨੀ ਹੋਣੀ ਚਾਹੀਦੀ ਹੈ? ਅਸਲ ਜਿਹੜੀ ਲਿਮਿਟ ਹੈ ਉਹ ਕੀ ਹੈਗੀ ਹੈ? ਜੀ ਬੜਾ ਵਧੀਆ ਸਵਾਲ ਹੈਗਾ। ਦੇਖੋ ਵਾਹਿਗੁਰੂ ਜੀ ਨੇ ਸਾਨੂੰ ਬਣਾਇਆ ਹੈ, ਹਰ ਬੰਦੇ ਨੂੰ ਵੱਖਰਾ ਬਣਾਇਆ ਹੈ ਨਾ। ਬੱਚੇ ਦੀ ਅਵਸਥਾ ਵਿੱਚ ਜਿਹੜੀ ਬੋਡੀ ਦਾ ਸਿਸਟਮ ਦਾ ਹੈਗਾ, ਉਹਦੇ ਵਿੱਚ ਸ਼ੂਗਰ ਦੀ ਲੋੜ ਵੱਖਰੀ ਹੈਗੀ, ਬੁਢਾਪੇ ਵਿੱਚ ਵੱਖਰੀ ਹੈਗੀ, ਸਰਦੀ ਵਿੱਚ ਵੱਖਰੀ ਹੈਗੀ, ਗਰਮੀ ਵਿੱਚ ਵੱਖਰੀ ਹੈ, ਖੇਡਦੇ ਕੂਦਦੇ ਟਾਈਮ ਵੱਖਰੀ ਹੈਗੀ, ਆਰਾਮ ਕਰਦੇ ਵਕਤ ਵੱਖਰੀ ਹੈਗੀ। ਸੋ ਹਰ ਸਿਚੁਏਸ਼ਨ ਵਿੱਚ, ਹਰ ਪਰਸਨ ਦੀ, ਹਰ ਕੰਟਰੀ ਵਿੱਚ ਡਿਫਰੈਂਟ ਏਰੀਆ ਵਿੱਚ ਨਾਰਮਲ ਲੈਵਲ ਜਿਹੜਾ ਹੈਗਾ ਉਹ ਵੱਖਰਾ ਇੰਡੀਵਿਜੂਅਲਾਈਜ਼ ਹੋ ਸਕਦਾ ਹੈ। ਇਹ ਇੱਕ ਚੀਜ਼ ਹੈਗੀ ਸਮਝਣ ਵਾਲੀ। ਸੋ ਇਹ ਜਿਹੜੇ ਆંકੜੇ ਹੁੰਦੇ ਨੇ, ਜਿਵੇਂ ਆਪਾਂ ਗੱਲ ਕਰੀਏ 100 ਜਾਂ 126 ਜਾਂ 200, ਇਹ ਕੌਣ ਬਣਾਉਂਦਾ ਹੈ ਆંકੜੇ? ਇਹ ਵਾਹਿਗੁਰੂ ਨੇ ਸਾਨੂੰ ਭੇਜਿਆ ਨਹੀਂ ਬਣਾ ਕੇ ਕਿ ਬਈ ਚੱਲ ਮੈਂ ਤੈਨੂੰ ਬਣਾ ਰਿਹਾ ਤੇ ਨਾਲ ਇਹ ਆંકੜਾ ਯਾਦ ਰੱਖੀ ਕਿ ਤੇਰਾ 200 ਤੋਂ ਥੱਲੇ ਹੋਣਾ ਚਾਹੀਦਾ ਜਾਂ 126 ਥੱਲੇ ਹੋ ਸਕਦਾ ਹੈ। ਇਹ ਤਾਂ ਆਰਗੇਨਾਈਜੇਸ਼ਨਸ ਬਣਾਉਂਦੀਆਂ ਨੇ। ਹੁਣ ਇਹਨਾਂ ਆਰਗੇਨਾਈਜੇਸ਼ਨਸ ਦੀ ਆਪਾਂ ਗੱਲ ਕਰੀਏ ਤਾਂ ਅੱਜ ਤੋਂ ਆਪਾਂ ਜੇ ਆਪਾਂ ਲਗਭਗ 30-40 ਸਾਲ ਪਿੱਛੇ ਜਾਈਏ, 1979 ਵਿੱਚ ਨੈਸ਼ਨਲ ਡਾਇਬੀਟੀਜ਼ ਡੇਟਾ ਗਰੁੱਪ ਨੇ ਕਿਹਾ ਸੀਗਾ ਕਿ ਜੇ ਤੁਹਾਡਾ ਸ਼ੂਗਰ ਜਿਹੜਾ ਹੈਗਾ ਉਹ 200 ਸੇ ਉੱਤੇ ਹੈਗਾ ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੋ। ਫਿਰ ਕੀ ਹੋਇਆ 1999 ਵਿੱਚ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਜਿਹੜਾ ਫਾਸਟਿੰਗ ਸ਼ੂਗਰ ਹੈ, ਤੁਹਾਡਾ ਸਵੇਰੇ ਵਾਲਾ ਖਾਲੀ ਪੇਟ ਜਿਹੜਾ ਸ਼ੂਗਰ ਹੈਗਾ, ਉਹ ਤੁਹਾਡਾ 126 ਤੋਂ ਥੱਲੇ ਹੋਣਾ ਚਾਹੀਦਾ ਹੈ ਤਾਂ ਤੁਸੀਂ ਨਾਰਮਲ ਰੇਂਜ ਵਿੱਚ ਹੋ, ਅਦਰਵਾਈਜ਼ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈਗੇ। ਇਸੇ ਤਰ੍ਹਾਂ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ 2003 ਵਿੱਚ ਉਹਨਾਂ ਨੇ ਕਿਹਾ ਕਿ 126 ਥੋੜਾ ਜ਼ਿਆਦਾ ਹੈਗਾ, 100 ਤੋਂ ਅਗਰ ਤੁਹਾਡਾ ਉੱਤੇ ਜਾ ਰਿਹਾ ਇਹਦਾ ਮਤਲਬ ਹੈ ਕਿ ਪ੍ਰੀ ਡਾਇਬੀਟੀਜ਼, ਯਾਨੀ ਅਭੀ ਡਾਇਬੀਟੀਜ਼ ਤਾਂ ਨਹੀਂ ਹੋਈ ਪਰ ਪ੍ਰੀ ਡਾਇਬੀਟੀਜ਼ ਹੋ ਗਈ ਹੈ, ਮਤਲਬ ਡਾਇਬੀਟੀਜ਼ ਹੋਣ ਵਾਲੀ ਹੈ, ਤਾਂ ਫਿਰ ਤੁਸੀਂ ਦਵਾਈਆਂ ਖਾਣੇ ਸ਼ੁਰੂ ਕਰ ਦਿਓ। ਫਿਰ ਕੀ ਹੋਇਆ, ADA ਨੇ 2010 ਵਿੱਚ ਇੱਕ ਹੋਰ ਦੋ ਆંકੜੇ ਹੋਰ ਨਿਕਾਲ ਦਿੱਤੇ ਕਿ ਜੇ ਤੁਹਾਡਾ ਖਾਣਾ ਖਾਣ ਤੋਂ ਬਾਅਦ ਖਾਲੀ ਪੇਟ ਜਿਹੜਾ ਸ਼ੂਗਰ ਹੈਗਾ ਉਹ 100 ਤੋਂ ਥੱਲੇ ਆ ਰਿਹਾ ਹੈ, ਲੇਕਿਨ ਖਾਣਾ ਖਾਣ ਤੋਂ ਬਾਅਦ 140 ਤੋਂ ਉੱਤੇ ਆ ਰਿਹਾ ਹੈ, ਜਾਂ HbA1c ਜਿਹੜਾ ਹੈਗਾ ਤੁਹਾਡਾ 5.6 ਤੋਂ ਉੱਤੇ ਆ ਰਿਹਾ ਹੈ, ਤਾਂ ਵੀ ਤੁਹਾਨੂੰ ਪ੍ਰੀ ਡਾਇਬੀਟੀਜ਼ ਹੈ ਤੇ ਫਿਰ ਉਹ ਦਵਾਈਆਂ ਤੇ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਆંકੜਿਆਂ ਨੂੰ ਘਟਾ ਕੇ ਓਵਰਆਲ ਡਾਇਬੀਟੀਜ਼ ਦੇ ਪੇਸ਼ੈਂਟ ਦਿਨ ਰਾਤ ਵਧਾ ਲਏ ਗਏ। ਫੋਰ ਐਗਜ਼ਾਮਪਲ, ਜੇ ਆਪਾਂ ਹੁਣ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਕਰੀਏ, ਕਿਸੇ ਦਾ ਅਗਰ ਸ਼ੂਗਰ 180 ਆਉਂਦਾ ਤੇ ਉਹ ਦਵਾਈਆਂ ਉਹਨੂੰ ਨਹੀਂ ਦਿੱਤੀਆਂ ਜਾਂਦੀਆਂ, ਪਰ ਅੱਜ ਕੀ ਹੈ, ਜੇ 140 ਤੋਂ ਵੀ ਉੱਤੇ ਆਉਣ ਲੱਗ ਪਏ ਤੇ ਫਟਾਫਟ ਦਵਾਈਆਂ ਦੇਣੀ ਸ਼ੁਰੂ ਕਰ ਦਿੰਦੇ ਆ। ਕਿਤੇ ਨਾ ਕਿਤੇ ਤਾਂ ਕਈ ਜਗ੍ਹਾ ਤੇ ਤਾਂ 130 ਵੀ ਆ ਜਾਏ ਬੰਦੇ ਦਾ ਤਾਂ ਸ਼ੂਗਰ ਦਵਾਈਆਂ ਚਾਲੂ ਕਰ ਦਿੱਤੀਆਂ ਜਾਂਦੀਆਂ ਨੇ। ਸੋ ਬੇਸਿਕਲੀ ਫਾਰਮਾਸਿਊਟੀਕਲ ਨੇ ਇਹ ਏਜੰਡਾ ਪੁਸ਼ ਕੀਤਾ ਕਿ ਦਵਾਈਆਂ ਵੇਚਣ ਵਾਸਤੇ ਆਪਾਂ ਰਾਤੋਂ ਰਾਤ ਪੇਸ਼ੈਂਟ ਬਣਾ ਲਈਏ ਆંકੜਿਆਂ ਨੂੰ ਘਟਾ ਕੇ। ਸੋ ਕਿਆ ਬਾਤ ਹੈ, ਠੀਕ ਸੋ ਹੈ ਇਹ ਤਾਂ ਜੀ। ਹੋ ਗਏ ਜਿਹੜੇ ਪੁਰਾਣੀ ਗੱਲਾਂ। ਹੁਣ ਆਪਾਂ ਲੇਟੈਸਟ ਗਾਈਡਲਾਈਨਸ ਦੀ ਗੱਲ ਕਰੀਏ ਕਿ ਅਸਲ ਵਿੱਚ ਕਿੰਨੇ ਹੋਣੇ ਚਾਹੀਦੇ ਆ, ਸਾਡਾ ਰੇਂਜ ਕਿੰਨੀ ਹੈ। ਬਿਲਕੁਲ ਜੀ। ਸੋ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ACP ਗਾਈਡਲਾਈਨਸ 2018 ਵਿੱਚ ਆਈ ਸੀਗੀ। ਉਹਨਾਂ ਨੇ ਟ੍ਰਾਇਲਸ ਕੀਤੇ ਸੀ 4-5। ਸੋ ਉਹ ਟ੍ਰਾਇਲਸ ਵਿੱਚ ਕੀ ਸੀਗਾ, ਇੱਕ ਟ੍ਰਾਇਲ ਸੀਗਾ, ਉਹਦਾ ਨਾਮ ਸੀਗਾ ਅਕॉर्ड ਟ੍ਰਾਇਲ। ਅਕॉर्ड ਟ੍ਰਾਇਲ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਦੋ ਗਰੁੱਪਸ ਬਣਾ ਲਏ। ਇੱਕ ਗਰੁੱਪ ਵਿੱਚ HbA1c ਜਿਹੜਾ ਸੀਗਾ ਉਹ 6% ਤੋਂ ਥੱਲੇ ਰੱਖਿਆ ਗਿਆ, ਯਾਨੀ ਕਿ 150 ਸ਼ੂਗਰ ਤੋਂ ਥੱਲੇ ਰੱਖਿਆ ਗਿਆ, ਤੇ ਇੱਕ ਸੀਗਾ ਜਿਹਦੇ ਵਿੱਚ ਸ਼ੂਗਰ ਦੇਖਿਆ ਗਿਆ 8% ਤੋਂ ਥੱਲੇ HbA1c, ਜਾਂ ਜਿਹਨੂੰ ਆਪਾਂ ਕਨਵਰਟ ਕਰੀਏ mg ਪਰ ਡੈਸੀਲੀਟਰ ਵਿੱਚ ਤਾਂ ਉਹ ਬਣਦਾ 228 mg ਪਰ ਡੈਸੀਲੀਟਰ। ਸੋ ਦੈਟ ਮੀਨਸ ਕਿ ਦੋ ਗਰੁੱਪ ਬਣ ਗਏ, ਇੱਕ 150 ਤੋਂ ਥੱਲੇ ਸ਼ੂਗਰ ਵਾਲਾ ਤੇ ਇੱਕ 228 ਤੋਂ ਥੱਲੇ ਸ਼ੂਗਰ ਵਾਲਾ। ਤੇ ਦੇਖਿਆ ਕੀ ਗਿਆ ਕਿ ਜਿਹੜਾ ਨੇ ਆਪਣੀ ਦਵਾਈਆਂ ਖਾ ਕੇ ਸ਼ੂਗਰ ਨੂੰ 150 ਤੋਂ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਵਿੱਚ 22% ਜ਼ਿਆਦਾ ਲੋਕਾਂ ਦੀ ਮੌਤ ਹੋਈ, 36% ਲੋਕਾਂ ਦੀ ਜ਼ਿਆਦਾ ਦਿਲ ਦੀ ਬਿਮਾਰੀ ਹੋਈ, ਔਰ ਉਹਨਾਂ ਦਾ weight ਵੀ ਵਧਿਆ, ਉਹਨਾਂ ਦੀ ਬੋਡੀ ਵਿੱਚ ਸਵੈਲਿੰਗ ਵੀ, ਫਲੂਇਡ ਰਿਟੈਂਸ਼ਨ ਵੀ ਵਧਿਆ। ਤੇ ਜਿਹੜੇ ਬਾਕੀ ਗਰੁੱਪ ਸੀਗਾ ਉਹਨਾਂ ਵਿੱਚ ਜਿਹੜੀ ਪ੍ਰੋਬਲਮ ਸੀਗੀ ਉਹ ਇਹਨਾਂ ਤੋਂ ਕਮ ਸੀਗੀ। ਦੈਟ ਮੀਨਸ ਕਿ ਦਵਾਈਆਂ ਖਾ ਕੇ ਆਪਣੇ ਸ਼ੂਗਰ ਨੂੰ ਇੱਕ ਆંકੜੇ ਤੋਂ ਥੱਲੇ ਰੱਖਣ ਦਾ ਫਾਇਦਾ ਨਹੀਂ ਹੁੰਦਾ ਆ। ਸੋ ਦਵਾਈ ਨਾਲ ਆંકੜਾ ਤਾਂ ਤੁਹਾਡਾ ਇੱਕ ਨੰਬਰ ਵਿੱਚ ਆ ਸਕਦਾ ਹੈ, ਲੇਕਿਨ ਤੁਹਾਡੀ ਹੈਲਥ ਇੰਪਰੂਵ ਹੋ ਰਹੀ ਹੈ, ਇਸ ਤਰ੍ਹਾਂ ਨਹੀਂ ਹੋਏਗਾ। ਸ਼ੂਗਰ ਦਾ ਤੁਸੀਂ ਆਪਣੇ ਕੰਟਰੋਲ ਕਰਕੇ ਰੱਖ ਰਹੇ ਹੋ ਦਵਾਈ ਦੇ ਸਹਾਰੇ, ਉਹਦੇ ਨਾਲ ਤੁਹਾਡੀ ਹੈਲਥ ਇੰਪਰੂਵ ਹੋ ਰਹੀ ਹੈ, ਇਹਦਾ ਕੋਈ ਐਵੀਡੈਂਸ ਹੈ ਨਹੀਂ ਹੈ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਹੈਲਥ ਦੇ ਪੁਆਇੰਟਸ ਮੈਚ ਹੋ ਰਹੇ ਨੇ, ਜਿਵੇਂ ਕਿ ਆਪਾਂ ਪਿਛਲੀ ਵੀਡੀਓਸ ਵਿੱਚ ਗੱਲ ਕਰਦੇ ਰਹੇ ਸੀਗੇ ਕਿ ਸਾਡੀ ਬੋਡੀ ਵਿੱਚ ਬਹੁਤ ਹਾਈ એનર્ਜੀ ਹੈ, ਅਸੀਂ ਥੱਕੇ ਮਹਿਸੂਸ ਨਹੀਂ ਕਰਦੇ ਪਏ, ਸਾਡਾ ਪੇਟ ਸਾਫ਼ ਹੋ ਰਿਹਾ ਚੰਗੀ ਤਰ੍ਹਾਂ, ਸਾਨੂੰ ਕਬਜ਼ ਨਹੀਂ ਹੈ, ਗੈਸ ਨਹੀਂ ਹੈਗੀ, ਸਾਡਾ weight ਬਹੁਤ ਵਧੀਆ ਹੈਗਾ, ਆਪਾਂ ਨੂੰ ਜ਼ਿਆਦਾ ਤੋਂਦ ਨਹੀਂ ਲਟਕ ਰਹੀ, ਸਾਡੀ ਬੋਡੀ ਵਿੱਚ, ਸਰੀਰ ਵਿੱਚ ਦਰਦ ਨਹੀਂ ਹੋ ਰਿਹਾ, ਕਦੀ ਪੈਰਾਂ ਵਿੱਚ, ਕਦੀ ਸਿਰ ਵਿੱਚ, ਕਦੀ ਮੋਢਿਆਂ ਵਿੱਚ, ਸਾਨੂੰ ਚੰਗੀ ਤਰ੍ਹਾਂ ਭੁੱਖ ਲੱਗਦੀ ਹੈਗੀ, ਸਾਡੀ ਸਕਿਨ ਸਾਫ਼ ਹੈਗੀ, ਸਾਨੂੰ ਚੰਗੀ ਤਰ੍ਹਾਂ ਨੀਂਦ ਆਉਂਦੀ ਹੈਗੀ, ਸਾਡੇ ਮਨ ਵਿੱਚ ਚੰਗੇ ਵਿਚਾਰ ਚੱਲਦੇ ਹੈਗੇ। ਸੋ ਇਸ ਤਰ੍ਹਾਂ ਦੇ ਅਗਰ ਕੰਡੀਸ਼ਨ ਸਾਡੀ ਬੋਡੀ ਵਿੱਚ ਹੈਗੀ ਹੈ ਤੇ ਸ਼ੂਗਰ ਲੈਵਲ ਕਿੰਨਾ ਵੀ ਹੋਵੇ ਉਹ ਫਰਕ ਨਹੀਂ ਪੈਂਦਾ, ਕਿਉਂਕਿ ਆਪਾਂ ਹੈਲਦੀ ਹੈਗੇ। ਸਿੰਪਲ ਉਦਾਹਰਨ ਨਾਲ ਸਮਝਾਉਂਦਾ ਹੈ, ਫੋਰ ਐਗਜ਼ਾਮਪਲ ਕਿ ਅਗਰ ਮੇਰਾ ਸ਼ੂਗਰ ਜਿਹੜਾ ਹੈ ਉਹ 120 ਤੱਕ ਆ ਰਿਹਾ, ਮੈਂ ਦਵਾਈਆਂ ਖਾ ਰਿਹਾ ਆਪਣੇ ਸ਼ੂਗਰ ਨੂੰ 120 ਤੱਕ ਲੈ ਕੇ ਆ ਰਿਹਾ, ਲੇਕਿਨ ਮੇਰੇ ਕੰਧਿਆਂ ਵਿੱਚ ਦਰਦ ਹੈ, ਕਦੀ ਜੋੜਿਆਂ ਵਿੱਚ ਦਰਦ ਹੈ, ਮੈਨੂੰ ਥੱਕਾ ਲੱਗਦਾ ਹੈ, ਔਰ ਤੁਸੀਂ ਜਿਹੜੇ ਹੈਗੇ ਤੁਹਾਡਾ ਸ਼ੂਗਰ 200 ਤੱਕ ਆ ਰਿਹਾ ਹੈ, ਲੇਕਿਨ ਤੁਸੀਂ ਬਹੁਤ ਐਕਟਿਵ ਹੋ, ਬਹੁਤ એનર્ਜੀ ਹੈ ਤੁਹਾਡੇ ਅੰਦਰ, ਤੁਹਾਨੂੰ ਚੰਗੀ ਨੀਂਦ ਆਉਂਦੀ ਹੈ, ਕਿਤੇ ਵੀ ਦਰਦ ਨਹੀਂ ਹੁੰਦਾ। ਸੋ ਮੈਂ ਦਵਾਈਆਂ ਖਾ ਕੇ ਬੈਟਰ ਹੈਗਾ ਕਿ ਤੁਸੀਂ 200 ਦੇ ਸ਼ੂਗਰ ਤੇ ਬੈਟਰ ਹੈਗੇ, ਹੈਨਾ? ਜੀ ਬਿਲਕੁਲ ਸੋਚਣ ਵਾਲੀ ਗੱਲ ਹੈ, ਬਿਲਕੁਲ ਜੀ। ਵਾਕਈ ਜੀ ਇਹ ਗੱਲਬਾਤ ਜਿਹੜੀ ਹੈ ਹਰ ਇੱਕ ਦੇ
ਤੱਕ ਪਹੁੰਚਣੀ ਬੜੀ ਜ਼ਰੂਰੀ ਹੈਗੀ ਹੈ ਕਿ ਆਮ ਤੌਰ ਤੇ ਸਾਨੂੰ ਕਹਿ ਦਿੱਤਾ ਜਾਂਦਾ ਵੀ ਭਾਈ ਇੰਨੀ ਸ਼ੂਗਰ ਹੋ ਗਈ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਉਹ ਪੱਤਿਆਂ ਦੇ ਉੱਤੇ ਲਾ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਫਿਰ ਤੁਹਾਡੇ ਹੋਰ ਬੋਡੀ ਦੇ ਵਿੱਚ ਜਿਹੜੇ ਸਿੰਪਟਮਸ ਜਾਂ ਫਿਰ ਬਿਮਾਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ। ਦੋਸਤੋ, ਇਹ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਐਸੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ ਤੇ ਇਹਨੂੰ ਤੁਸੀਂ ਵੀ ਆਪਣੇ ਤੱਕ ਰੱਖਿਓ ਤੇ ਨਾਲੋਂ ਨਾਲ ਆਪਣੇ ਰਿਸ਼ਤੇਦਾਰਾਂ ਤੱਕ, ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਇਹਨੂੰ ਪਹੁੰਚਾਇਓ, ਕਿਉਂਕਿ ਬੜੀ ਲਾਹੇਵੰਦ ਇਹ ਜਾਣਕਾਰੀ ਹੈਗੀ ਆ। ਕਿਤੇ ਕਿਤੇ ਹੀ ਇਹੋ ਜਿਹੀ ਜਾਣਕਾਰੀ ਜਿਹੜੀ ਆਮ ਤੌਰ ਤੇ ਸਾਨੂੰ ਮਿਲਦੀ ਹੈ। ਸੋ ਕੌਲਪ੍ਰੀਤ ਸਿੰਘ ਜੀ, ਜੇ ਆਪਾਂ ਹੁਣ ਸ਼ੂਗਰ ਦੀ ਗੱਲ ਕਰ ਲਈਏ, ਮੰਨ ਲਓ ਵੀ ਲਿਮਿਟ ਕ੍ਰੋਸ ਹੋ ਗਈ ਹੈ, ਜਿਹੜੀ ਆਪਾਂ ਤੁਸੀਂ ਵੀ ਦੱਸ ਰਹੇ ਹੋ ਜਾਂ ਫਿਰ ਡਾਕਟਰ ਵੀ ਦੱਸ ਰਹੇ ਆ ਕਿ ਆਹ ਲਿਮਿਟ ਹੈ, ਇਸ ਤੋਂ ਬਾਅਦ ਤੁਹਾਨੂੰ ਤੁਸੀਂ ਡਾਇਬੀਟੀਜ਼ ਦੇ ਸ਼ਿਕਾਰ ਹੋ ਗਏ। ਸੋ ਉਸ ਤੋਂ ਬਾਅਦ ਸਿੰਪਟਮ ਕਿਹੜੇ ਹੈਗੇ ਆ ਜਿਹੜੇ ਸਾਡੀ ਬੋਡੀ ਦੇ ਵਿੱਚ ਆਉਣ ਲੱਗ ਪੈਂਦੇ ਆ ਕਿ ਭਾਈ ਹੁਣ ਸ਼ੂਗਰ ਹੋ ਗਈ ਹੈ, ਸਾਨੂੰ ਆਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਜਾਂ ਫਿਰ ਸਿੰਪਟਮ ਜਿਹੜੇ ਹੈ ਸਿੱਧੇ ਤੌਰ ਤੇ ਆਪਾਂ ਕਹੀਏ ਕੀ ਸਿੰਪਟਮ ਹੈਗੇ ਆ? ਹਾਂਜੀ, ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜੇ ਅੱਖਾਂ ਵਿੱਚ ਸ਼ੂਗਰ ਐਕਸਟਰਾ ਹੋਏਗੀ ਤੇ ਅੱਖਾਂ ਦੀ ਧੁੰਦਲਾਪਨ ਹੋਏਗਾ, ਜੇ ਪਿਸ਼ਾਬ ਬਾਰ-ਬਾਰ ਲੱਗ ਸਕਦਾ ਹੈ, ਥੱਕਾ ਲੱਗਣਾ, ਪਿਆਸ ਲੱਗਣੀ, ਬਹੁਤ ਪਿਆਸ ਲੱਗਣੀ, ਪਾਣੀ ਪੀਓ ਫਿਰ ਪਿਆਸ ਲੱਗਣੀ ਤੇ ਫਿਰ ਪਿਸ਼ਾਬ ਆਉਣਾ, ਪੈਰਾਂ ਵਿੱਚ ਸੇਕ ਲੱਗਣਾ। ਸੋ ਇਸ ਤਰ੍ਹਾਂ ਦੇ ਲੱਛਣ ਹੁੰਦੇ ਜ਼ਿਆਦਾਤਰ ਜਦ ਸ਼ੂਗਰ ਬੋਡੀ ਵਿੱਚ ਐਕਸਟਰਾ ਹੋਣ ਲੱਗ ਪਵੇ। ਜੀ, ਠੀਕ ਹੈ। ਸੋ ਇਹ ਸਿੰਪਟਮ ਹੈਗੇ ਆ। ਦਰਸ਼ਕੋ, ਬਹੁਤ ਸਾਰੇ ਸਾਡੇ ਬਜ਼ੁਰਗ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ, ਬਹੁਤ ਸਾਰੇ ਜਵਾਨ ਬੱਚੇ ਵੀ ਦੇਖ ਰਹੇ ਹੋਣਗੇ। ਸੋ ਇਹ ਸਿੰਪਟਮਸ ਹੈਗੇ ਆ। ਇਸ ਪ੍ਰੋਗਰਾਮ ਨੂੰ ਤੁਸੀਂ ਆਪਣੇ ਕੋਲ ਸਾਂਭ ਕੇ ਰੱਖ ਲਿਓ ਤਾਂ ਕਿ ਤੁਹਾਡੇ ਤੱਕ ਜਿਹੜੀ ਹਰ ਜਾਣਕਾਰੀ ਜਿਹੜੀ ਹੈ ਉਹ ਪਹੁੰਚਦੀ ਰਹੇ ਟਾਈਮ ਟੂ ਟਾਈਮ ਤੇ ਤੁਹਾਨੂੰ ਕਿਤੇ ਵੀ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹ ਪ੍ਰੋਗਰਾਮ ਦੇਖ ਕੇ ਤੇ ਬਹੁਤ ਕੁਝ ਉਹਦੇ ਵਿੱਚੋਂ ਸਿੱਖ ਸਕਦੇ ਹੋ। ਸੋ ਇਹ ਤਾਂ ਗੱਲਾਂ ਹੁਣ ਤੱਕ ਆਪਾਂ ਕਰ ਲਈਆਂ ਕਿ ਸ਼ੂਗਰ ਕੀ ਹੈ, ਸ਼ੂਗਰ ਦੇ ਸਿੰਪਟਮ ਕੀ ਨੇ, ਜਾਂ ਫਿਰ ਹੋਰ ਜਿਹੜੀ ਗੱਲਬਾਤ ਹੈਗੀ ਹੈ ਕੀ ਉਹਦੀ ਲਿਮਿਟ ਹੈਗੀ ਹੈ, ਕਿੰਨੀ ਕੁ ਰੇਂਜ ਹੋਣੀ ਚਾਹੀਦੀ ਹੈ। ਸੋ ਹੁਣ ਵੱਡਾ ਤੇ ਮੇਨ ਸਵਾਲ ਮੇਰਾ ਕੌਲਪ੍ਰੀਤ ਸਿੰਘ ਜੀ ਇਹ ਹੈਗਾ ਕਿ ਸ਼ੂਗਰ ਦੀ ਬਿਮਾਰੀ ਠੀਕ ਹੋ ਸਕਦੀ ਹੈ? ਕਿਉਂਕਿ ਆਮ ਤੌਰ ਤੇ ਆਪਾਂ ਇਹ ਸੁਣਿਆ ਅੱਜ ਤੱਕ ਕਿ ਇਹ ਬਿਮਾਰੀ ਜਿਹਨੂੰ ਹੋ ਗਈ ਹੈ ਉਹ ਠੀਕ ਨਹੀਂ ਹੁੰਦੀ ਉਹਦੀ। ਸੋ ਤੁਸੀਂ ਕੀ ਸਮਝਦੇ ਹੋ ਕਿ ਇਹ ਬਿਮਾਰੀ ਠੀਕ ਹੋ ਸਕਦੀ ਹੈ ਕਿਸੇ ਵੀ ਤਰੀਕੇ ਦੇ ਨਾਲ? ਮਤਲਬ ਕਿ ਸਾਡੇ ਲੋਕ ਤਾਂ ਨਜ਼ਾਦ ਪਾਉਣਾ ਚਾਹੁੰਦੇ ਨੇ ਕਿ ਬਿਮਾਰੀ ਤੋਂ ਠੀਕ ਹੋਣਾ ਹੈ, ਆਪਾਂ ਕਿਵੇਂ ਇਹ ਸੰਭਵ ਹੋ ਸਕਦਾ ਹੈ? ਜੀ ਬਿਲਕੁਲ ਹੋ ਸਕਦਾ ਹੈ। ਜਿਵੇਂ ਟ੍ਰੀਟਮੈਂਟ 1 ਜਿਹੜੀ ਆਮ ਤੌਰ ਤੇ ਹਸਪਤਾਲਾਂ ਤੇ ਡਾਕਟਰਾਂ ਦਿੰਦੇ ਨੇ, ਉਹ ਕੀ ਹੈਗਾ, ਤੁਸੀਂ ਉਹਨਾਂ ਕੋਲ ਜਾਓ, ਤੁਹਾਡੀ ਥੋੜੀ ਸ਼ੂਗਰ ਵਧੀ ਹੋਈ ਆਵੇਗੀ, ਜਿਵੇਂ ਮੈਂ ਦੱਸਿਆ ਸੀ ਆંકੜੇ ਘਟਾਏ ਹੋਏ ਆ ਤੇ ਉਹ ਫਿਰ ਦਵਾਈਆਂ ਤੇ ਲਾ ਦੇਣਗੇ। ਦਵਾਈ ਦੀ ਪ੍ਰਵਿਰਤੀ ਕੀ ਹੈਗੀ ਕਿ ਥੋੜੇ ਟਾਈਮ ਬਾਅਦ ਤੁਹਾਡੀ ਸ਼ੂਗਰ ਫਿਰ ਵਧਣੀ ਸ਼ੁਰੂ ਹੋ ਜਾਏਗੀ, ਫਿਰ ਦੂਜੀ ਡੋਜ਼ ਆ ਜਾਏਗੀ, ਥੋੜੇ ਟਾਈਮ ਬਾਅਦ ਫਿਰ ਤੁਹਾਡੀ ਸ਼ੂਗਰ ਵਧਣੀ ਸ਼ੁਰੂ ਹੋ ਜਾਏਗੀ, ਫਿਰ ਉਹ ਕਹਿਣਗੇ ਹੁਣ ਦਵਾਈ ਕੰਮ ਨਹੀਂ ਕਰ ਰਿਹਾ, ਹੁਣ ਇਨਸੂਲਿਨ ਦਾ ਇੰਜੈਕਸ਼ਨ ਲਗਾਉਣਾ ਪਏਗਾ। ਸੋ ਇਸ ਤਰ੍ਹਾਂ ਥੋੜੇ ਟਾਈਮ ਬਾਅਦ ਤੁਹਾਨੂੰ ਬੀਪੀ ਦੀ ਪ੍ਰੋਬਲਮ ਵੀ ਆਏਗੀ, ਫਿਰ ਕੋਲੇਸਟ੍ਰੋਲ ਦੀ ਵੀ ਆਏਗੀ, ਕਰਦੇ ਪੂਰੀ ਲਾਈਫ ਦਵਾਈਆਂ ਵੱਧਦੀਆਂ ਜਾਣਗੀਆਂ, ਹੈਲਥ ਡਾਊਨ ਹੁੰਦੀ ਜਾਵੇਗੀ। ਤੇ ਇੱਥੇ ਸਮਝਣ ਵਾਲੀ ਗੱਲ ਹੈ, ਕਿਸੇ ਦੀ ਵੀ ਡਾਇਬੀਟੀਜ਼ ਦੀ ਗੋਲੀ ਖਾ ਕੇ ਅੱਜ ਤੱਕ ਡਾਇਬੀਟੀਜ਼ ਠੀਕ ਹੋਈ ਨਹੀਂ ਹੈਗੀ। ਸੋ ਦੈਟ ਮੀਨਸ ਕਿ ਦਵਾਈ ਵਾਲੀ ਟ੍ਰੀਟਮੈਂਟ ਤਾਂ ਚੱਲ ਨਹੀਂ ਰਹੀ, ਇਹਦੇ ਨਾਲ ਆਪਾਂ ਇਲਾਜ ਕਰ ਹੀ ਨਹੀਂ ਪਾ ਰਹੇ। ਸੋ ਸਾਨੂੰ ਕੁਝ ਹੋਰ ਦੇਖਣਾ ਪਏਗਾ ਜਿਹਦੇ ਨਾਲ ਅਸਲ ਵਿੱਚ ਇਲਾਜ ਹੁੰਦਾ ਹੈ। ਉਸ ਬਾਰੇ ਆਪਾਂ ਅੱਜ ਗੱਲ ਕਰਾਂਗੇ, ਉਹ ਹੈ ਡਾਇਟਰੀ ਮੋਡੀਫਿਕੇਸ਼ਨ। ਜਦ ਅਸੀਂ ਆਪਣੇ ਡਾਈਟ ਨੂੰ ਬਦਲ ਲੈਂਦੇ ਆ, ਉਹਦੇ ਨਾਲ ਆਪਣੀ ਡਾਇਬੀਟੀਜ਼ ਟਾਈਪ 2 ਠੀਕ ਹੋ ਸਕਦੀ ਹੈ। ਕਿਉਂਕਿ ਇਹ ਜੜ ਤੇ ਕੰਮ ਕਰਦਾ ਹੈ। ਸਾਨੂੰ ਡਾਇਬੀਟੀਜ਼ ਹੋਈ ਕਿਉਂ ਸੀ? ਪਹਿਲੀ ਗੱਲ ਉਹ ਹੋਈ ਇਸ ਕਰਕੇ ਸੀਗੇ ਕਿਉਂਕਿ ਅਸੀਂ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਬਣਾ ਲਿਆ, ਜਿਸ ਤਰ੍ਹਾਂ ਦਾ ਸਾਡਾ ਡਾਈਟ ਪਲਾਨ ਬਣ ਚੁੱਕਿਆ ਹੈ, ਉਹਦੇ ਵਿੱਚ ਜਿਹੜੀ ਟੌਕਸਿਨਸ ਹੈਗੇ ਉਹ ਬੋਡੀ ਵਿੱਚ ਇਕੱਠੇ ਹੋ ਰਹੇ ਹੈ। ਉਹ ਪੈਨਕ੍ਰੀਆਸ ਨੂੰ ਕਿਤੇ ਨਾ ਕਿਤੇ ਪ੍ਰੋਪਰਲੀ ਫੰਕਸ਼ਨ ਨਹੀਂ ਕਰਨ ਦੇ ਰਹੇ। ਬੋਡੀ ਵਿੱਚ ਇਨਸੂਲਿਨ ਦੀ ਪ੍ਰੋਡਕਸ਼ਨ ਨੈਚੁਰਲੀ ਹੋ ਨਹੀਂ ਪਾ ਰਹੀ, ਬੋਡੀ ਨੈਚੁਰਲੀ ਇਨਸੂਲਿਨ ਨੂੰ ਯੂਜ਼ ਨਹੀਂ ਕਰ ਪਾ ਰਹੀ। ਜੇ ਅਸੀਂ ਜੜ ਕਾਰਨ ਨੂੰ ਹੀ ਨਿਕਾਲ ਦਈਏ, ਚੰਗਾ ਭੋਜਨ ਖਾ ਕੇ ਸਫਾਈ ਕਰ ਲਈਏ ਆਪਣੇ ਸਰੀਰ ਦੀ, ਡਿਟੌਕਸ ਕਰ ਦਈਏ, ਤੇ ਆਟੋਮੈਟਿਕਲੀ ਸਾਡੀ ਪੈਨਕ੍ਰੀਆਸ ਵਧੀਆ ਕੰਮ ਕਰਨ ਲੱਗ ਪੈਣਗੀਆਂ, ਡਾਇਬੀਟੀਜ਼ ਠੀਕ ਹੋ ਜਾਏਗੀ। ਸੋ ਅੱਜ ਜਿਹੜੀ ਆਪਾਂ ਡਾਈਟ ਦੀ ਗੱਲ ਕਰਾਂਗੇ, ਉਹ ਡਾਈਟ ਜਿਹੜੀ ਹੈਗੀ ਇਹ ਬੇਸਡ ਹੈ ਉਸ ਸਾਇੰਸ ਦੇ ਉੱਤੇ ਜਿਹੜੀ ਸਾਡੀ ਬੋਡੀ ਦੇ ਵਿੱਚੋਂ ਇਹਨਾਂ ਟੌਕਸਿਨਸ ਨੂੰ ਬਾਹਰ ਕੱਢ ਦਿੰਦੀ ਹੈ। ਔਰ ਇਹ ਜਿਹੜੀ ਡਾਈਟ ਆ ਉਹ ਬਹੁਤ ਵੱਡੇ ਅਮਰੀਕਨ ਡਾਕਟਰਸ ਵੀ ਕਰਦੇ ਆਏ ਹੈ। ਸਾਡੇ ਇੰਡੀਆ ਵਿੱਚ ਤਾਂ ਹਜ਼ਾਰਾਂ ਸਾਲੋਂ ਤੋਂ ਹੀ ਨੈਚੁਰੋਪੈਥ ਕਰ ਰਹੇ ਨੇ, ਆਯੁਰਵੇਦ ਦੇ ਆਚਾर्य ਕਰ ਰਹੇ ਨੇ, ਤੇ ਅੱਜ ਵੀ ਬਹੁਤ ਸਾਰੇ ਡਾਕਟਰਸ ਹੈਗੇ, ਨਿਊਟ੍ਰੀਸ਼ਨ ਐਕਸਪਰਟਸ ਨੇ ਜੋ ਕਰ ਰਹੇ ਨੇ। ਸੋ ਅੱਜ ਮੈਂ ਤੁਹਾਨੂੰ ਦੱਸਦਾ ਉਹ ਡਾਈਟ ਕੀ ਹੈਗੀ। ਜੀ ਬਿਲਕੁਲ। ਦਰਸ਼ਕੋ, ਬਹੁਤ ਧਿਆਨ ਦੇ ਨਾਲ ਤੁਸੀਂ ਇਹ ਸੁਣਨਾ ਕਿ ਜਿਹੜੇ ਲੋਕ ਸ਼ੂਗਰ ਤੋਂ ਪੀੜਤ ਨੇ ਜਾਂ ਫਿਰ ਲੰਬੇ ਸਮੇਂ ਤੋਂ ਵੀ ਚੱਲਦੀ ਹੈ ਜਾਂ ਤਾਜ਼ੀ ਤੁਹਾਨੂੰ ਸ਼ੂਗਰ ਹੋਈ ਹੈ ਤਾਂ ਡਾਈਟ ਜਿਹੜੀ ਹੈ ਬਹੁਤ ਲਾਹੇਵੰਦ ਹੋਏਗੀ। ਇਹਨੂੰ ਜ਼ਰੂਰ ਤੁਸੀਂ ਸੁਣੋ ਜੀ ਕਮਲਪ੍ਰੀਤ ਸਿੰਘ ਜੀ। ਹਾਂਜੀ, ਸੋ ਇਹ ਡਾਈਟ ਕੌਣ ਫੋਲੋ ਕਰ ਸਕਦਾ ਹੈ? ਪਹਿਲਾਂ ਮੈਂ ਇਹ ਦੱਸਦਾ ਤਾਂ ਕਿ ਤੁਸੀਂ ਸ਼ੁਰੂ ਇਹਦੀ ਜਾਣਕਾਰੀ ਹੋਵੇ। ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈਗੀ ਉਹ ਫੋਲੋ ਕਰ ਸਕਦੇ ਆ। ਜਿਨ੍ਹਾਂ ਨੂੰ ਸਿਰਫ ਡਾਇਬੀਟੀਜ਼ ਹੈਗੀ ਉਹ ਫੋਲੋ ਕਰ ਸਕਦੇ ਆ, ਮਤਲਬ ਅਦਰ ਡਿਜ਼ੀਜ਼ਸ ਨਹੀਂ ਹੈਗੀਆਂ, ਉਹ ਫੋਲੋ ਕਰ ਸਕਦੇ ਆ। ਇਸ ਤੋਂ ਇਲਾਵਾ ਡਾਇਬੀਟੀਜ਼ ਹੋਏ ਉਹਨਾਂ ਨੂੰ ਅਜੇ 5-6 ਸਾਲ ਤੋਂ ਜ਼ਿਆਦਾ ਨਹੀਂ ਹੋਏ ਆ, ਉਹ ਫੋਲੋ ਕਰ ਸਕਦੇ ਆ। ਤੇ ਬਹੁਤ ਜ਼ਿਆਦਾ ਦਵਾਈਆਂ ਨਹੀਂ ਖਾ ਰਹੇ, ਸਿਰਫ 3-4 ਦਵਾਈਆਂ ਜ਼ਿਆਦਾ ਤੋਂ ਜ਼ਿਆਦਾ ਖਾ ਰਹੇ ਆ, ਉਹ ਇਸ ਡਾਈਟ ਨੂੰ ਆਪਣੇ ਆਪ ਹੀ ਫੋਲੋ ਕਰ ਸਕਦੇ ਆ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ। ਲੇਕਿਨ ਜੇ ਤੁਹਾਨੂੰ ਉਮਰ 40 ਤੋਂ ਜ਼ਿਆਦਾ ਹੈਗੀ, ਕਾਫੀ ਸਾਰੀ ਬਿਮਾਰੀਆਂ ਹੈਗੀ, ਕਾਫੀ ਸਾਰੀ ਟੈਬਲੇਟ ਖਾ ਰਹੇ ਹੋ, ਕਾਫੀ ਲੰਬੀ ਪੁਰਾਣੀ ਹੈਗੀ ਬਿਮਾਰੀ, ਇਹਦੇ ਵਾਸਤੇ ਤੁਸੀਂ ਹਮੇਸ਼ਾ ਕਿਸੇ ਦੇ ਸੁਪਰਵਿਜ਼ਨ ਵਿੱਚ ਫੋਲੋ ਕਰੋਗੇ ਤਾਂ ਤੁਹਾਨੂੰ ਬੈਟਰ ਰਿਜ਼ਲਟਸ ਮਿਲਣਗੇ। ਕਿਉਂਕਿ ਆਪਣੇ ਆਪ ਫੋਲੋ ਕਰਨ ਵਿੱਚ ਕੀ ਹੁੰਦਾ ਹੈ, ਕਈ ਵਾਰੀ ਮਨ ਵਿੱਚ ਬੜੇ ਸਾਰੇ ਸਵਾਲ ਆਉਂਦੇ ਆ ਫੋਲੋ ਕਰਨ ਦੇ ਵੇਲੇ। ਕਦੀ ਮੰਨ ਲਓ ਲੂਜ਼ ਮੋਸ਼ਨ ਲੱਗ ਜਾਂਦੇ ਆ, ਕਦੀ ਖਾਂਸੀ ਜ਼ੁਕਾਮ ਵਿੱਚ ਹੋ ਜਾਂਦਾ ਹੈ, ਜਾਂ ਕਦੀ ਸਮਝ ਨਹੀਂ ਆਉਂਦਾ, ਜਾਂ ਟੇਸਟ ਨਹੀਂ ਆ ਰਿਹਾ ਤੇ ਇਹਦੀ ਜਗ੍ਹਾ ਮੈਂ ਕੀ ਯੂਜ਼ ਕਰਾਂ। ਸੋ ਇਸ ਤਰ੍ਹਾਂ ਤੁਸੀਂ ਸਵਾਲ ਜਿਹੜੇ ਹੋਣਗੇ ਉਹਨੂੰ ਵਾਸਤੇ ਤੁਹਾਨੂੰ ਗਾਈਡੈਂਸ ਚਾਹੀਦੀ ਹੁੰਦੀ ਹੈ ਤੇ ਤੁਸੀਂ ਕਿਸੇ ਦੀ ਗਾਈਡੈਂਸ ਵਿੱਚ ਫੋਲੋ ਕਰੋ। ਅਦਰਵਾਈਜ਼
ਅਦਰਵਾਈਜ਼ ਅਗਰ ਜਿਹੜੀ ਪੁਰਾਣੀ ਕੰਡੀਸ਼ਨਸ ਮੈਚ ਕਰਦੀਆਂ ਨੇ ਫਿਰ ਤੁਸੀਂ ਇਸ ਡਾਈਟ ਨੂੰ ਫੋਲੋ ਕਰੋ। ਸੋ ਡਾਈਟ ਇਹ ਹੈਗੀ ਕਿ ਸਵੇਰੇ ਆਪਾਂ ਟਾਈਮ ਤੇ ਉੱਠ ਜਾਣਾ ਹੈਗਾ 6 ਵਜੇ ਦੇ ਆਸ-ਪਾਸ। ਠੀਕ ਹੈ ਜੇ ਜੀ। ਆਪਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਜੇ ਆਪਾਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਤਾਂ ਬੈਸਟ ਹੀ ਹੈਗਾ। ਲੇਕਿਨ ਘੱਟੋ ਘੱਟ ਆਪਾਂ ਨੂੰ 9 ਵਜੇ 10 ਵਜੇ ਸਵੇਰੇ ਨਹੀਂ ਜਾਗਣਾ ਚਾਹੀਦਾ, ਆਪਾਂ ਨੂੰ ਟਾਈਮ ਸਿਰ 6 ਵਜੇ ਉੱਠ ਜਾਣਾ ਚਾਹੀਦਾ। ਸੋ ਆਪਾਂ 6 ਵਜੇ ਉੱਠ ਕੇ ਉੱਠਣ ਤੋਂ ਬਾਅਦ ਬਿਨਾਂ ਬ੍ਰਸ਼ ਕੀਤੇ ਹੀ ਅਸੀਂ 1 ਗਲਾਸ ਪਾਣੀ ਘੱਟੋ ਘੱਟ ਪੀਣਾ ਹੈਗਾ। ਹਾਂ 6 ਵਜੇ ਦੇ ਆਸ-ਪਾਸ। ਉਸ ਤੋਂ ਬਾਅਦ ਫਿਰ 8 ਵਜੇ ਦੇ ਆਸ-ਪਾਸ ਸਾਨੂੰ 7:30 8 ਵਜੇ ਦੇ ਆਸ-ਪਾਸ ਇੱਕ ਸਬਜ਼ੀ ਦਾ ਜੂਸ ਪੀਣਾ ਹੈਗਾ। ਓਕੇ, ਠੀਕ ਹੈ। ਕੋਈ ਵੀ ਸਬਜ਼ੀ ਹੋ ਸਕਦੀ ਹੈ, ਗਾਜਰ ਦਾ ਜੂਸ ਹੋ ਸਕਦਾ ਹੈ, ਸਫेद पेठे ਦਾ ਜੂਸ ਹੋ ਸਕਦਾ ਹੈ, ਲੌਕੀ ਦਾ ਜੂਸ ਹੋ ਸਕਦਾ ਹੈ, ਈਵਨ ਡਾਇਬੀਟੀਜ਼ ਵਿੱਚ ਕਰੇਲੇ ਦਾ ਜੂਸ ਬੜਾ ਕਿਹਾ ਜਾਂਦਾ ਹੈ, ਉਹ ਪੀ ਸਕਦੇ ਆ, ਜਾਂ ਫਿਰ ਨਾਰੀਅਲ ਪਾਣੀ ਵੀ ਤਾਜ਼ਾ ਪੀ ਸਕਦੇ ਹਾਂ। ਸੋ ਇਹ ਸਾਰੀ ਮੇਰਾ ਸਵਾਲ ਹੈ ਕਿ ਜੂਸ ਜਿਹੜਾ ਫਰੈਸ਼ ਹੋਣਾ ਚਾਹੀਦਾ ਜਾਂ ਫਿਰ ਆਪਾਂ ਬਾਜ਼ਾਰਾਂ ਦੇ ਵਿੱਚ ਜਿਹੜੇ ਸਾਨੂੰ ਕੱਢੇ ਕਢਾਏ ਜੂਸ ਮਿਲਦੇ ਉਹ ਆਪਾਂ ਪੀ ਸਕਦੇ ਹਾਂ? ਜੀ ਬਿਲਕੁਲ, ਜਿਹੜਾ ਜੂਸ ਹੈਗਾ ਉਹ ਫਰੈਸ਼ ਹੋਣਾ ਚਾਹੀਦਾ ਹੈ, ਕਿਉਂਕਿ ਫਰੈਸ਼ ਜੂਸ ਵਿੱਚ ਹੀ ਲਿਵਿੰਗ ਐਂਜ਼ਾਈਮਸ ਹੁੰਦੇ ਆ ਜਿਹੜੇ ਸਾਨੂੰ ਹੀਲ ਕਰਦੇ ਆ। ਜਿਹੜੇ ਬਾਜ਼ਾਰ ਵਾਲੇ ਜਿਹੜੇ ਡਰਿੰਕ ਹੁੰਦੇ ਆ ਉਹਨਾਂ ਨੂੰ ਉਹ ਪ੍ਰੋਸੈਸ ਕਰਕੇ ਰਿਫਾਈਨ ਕਰਕੇ ਬਣਾਇਆ ਜਾਂਦਾ ਹੈ, ਜਿਹਦੇ ਵਿੱਚ ਉਹਦੀ ਹੀਲਿੰਗ ਪ੍ਰੋਪਰਟੀ ਖਤਮ ਹੋ ਜਾਂਦੀ ਹੈ। ਸੋ ਆਪਾਂ ਨੂੰ ਫਰੈਸ਼ ਠੀਕ ਹੈ। ਸੋ ਇਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਕੀ ਹੈਗਾ ਜੀ? ਬਿਲਕੁਲ, ਹਾਂਜੀ। ਸੋ 7:30 8 ਵਜੇ ਦੇ ਆਸ-ਪਾਸ ਜਦੋਂ ਆਪਾਂ ਇਹ ਜੂਸ ਲੈ ਲਿਆ, ਆਪਾਂ ਉਹਦੇ ਨਾਲ ਕੀ ਹੋਏਗਾ, ਫਿਰ ਉਹਨੂੰ ਘੰਟਾ 1.5 ਘੰਟਾ ਚਾਹੀਦਾ ਹੈ ਸਫਾਈ ਕਰਨ ਵਾਸਤੇ ਅੰਦਰ ਦੀ, ਤੇ ਘੰਟਾ 1.5 ਘੰਟਾ ਠਹਿਰ ਕੇ ਆਪਾਂ 9 ਵਜੇ ਤੋਂ ਲੈ ਕੇ 12 ਵਜੇ ਦੇ ਵਿਚਕਾਰ ਫਰੂਟਸ ਖਾ ਸਕਦੇ ਹਾਂ। ਫਰੂਟਸ ਓਕੇ, ਹਾਂ, ਔਰ ਫਰੂਟਸ ਕਿੰਨੇ ਖਾਣੇ ਨੇ? ਜਿੰਨਾ ਮਨ ਕਰੇ ਉਨੇ ਫਰੂਟਸ ਖਾ ਸਕਦੇ ਆ, ਤੇ ਜਿੰਨੀ ਤਰ੍ਹਾਂ ਦੇ ਫਰੂਟਸ ਖਾਣੇ ਉਨੀ ਤਰ੍ਹਾਂ ਦੇ ਫਰੂਟਸ ਖਾ ਸਕਦੇ ਆ। ਇਸ ਤਰ੍ਹਾਂ ਦਾ ਕੋਈ ਫਰੂਟ ਨਹੀਂ ਹੈ ਜੋ ਤੁਹਾਨੂੰ ਨਹੀਂ ਖਾਣਾ। ਤੁਸੀਂ ਕੋਈ ਵੀ ਫਰੂਟ ਜਿਹੜਾ ਤੁਹਾਨੂੰ ਪਸੰਦ ਹੈ ਕਿੰਨੀ ਵੀ ਕੁਆਂਟੀਟੀ ਵਿੱਚ ਖਾ ਸਕਦੇ ਹੋ। ਜਿਵੇਂ ਮੰਨ ਲਓ 9:30 ਵਜੇ ਤੁਸੀਂ 1 ਪਲੇਟ ਪੂਰਾ ਭਰ ਕੇ ਫਰੂਟ ਖਾਇਆ, ਤੇ ਫਿਰ ਕਈ ਵਾਰੀ ਕੀ ਹੁੰਦਾ, ਫਰੂਟ ਖਾਣ ਤੋਂ ਬਾਅਦ ਦੁਬਾਰਾ ਭੁੱਖ ਲੱਗਦੀ ਹੈ 11 ਵਜੇ, ਤੇ ਫਿਰ ਤੁਹਾਨੂੰ ਭੁੱਖ ਲੱਗ ਪਈ, ਤੁਸੀਂ ਫਿਰ 1 ਪਲੇਟ ਭਰ ਕੇ ਪੂਰਾ ਫਰੂਟ ਖਾ ਸਕਦੇ ਹੋ। ਇਹਦੇ ਵਿੱਚ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ। ਲੇਕਿਨ ਘੱਟੋ ਘੱਟ ਇੰਨਾ ਫਰੂਟ ਖਾਣਾ ਹੈ ਕਿ ਤੁਹਾਡੀ ਬੋਡੀ weight into 10, ਜਿਵੇਂ ਮੇਰਾ weight ਅਗਰ 70 ਕਿਲੋ ਹੈ ਤੇ ਮੈਨੂੰ 700 ਗ੍ਰਾਮ ਫਰੂਟ ਖਾਣਾ ਹੈ। ਅਗਰ ਤੁਹਾਡਾ weight 90 ਕਿਲੋ ਹੈ ਤੁਹਾਨੂੰ 900 ਗ੍ਰਾਮ ਫਰੂਟ ਖਾਣਾ ਹੈਗਾ। तो इस तरह करना है घट्टो घट। जे इस तो ज्यादा खाओगे जल्दी ठीक होगे। सो कई लोग सवाल पूछते हैं कि ਜਿਹੜੇ ਡਾਇਬੀਟੀਜ਼ ਦੇ ਪੇਸ਼ੈਂਟ ਨੇ ਉਹ ਅੰਬ ਕਿਵੇਂ ਖਾ ਸਕਦੇ ਆ? ਅੰਬ ਤਾਂ ਬੜਾ ਮਿੱਠਾ ਹੁੰਦਾ ਹੈ। ਐਕਚੁਅਲੀ ਵਿੱਚ ਮਿੱਠੇ ਦਾ ਤੇ ਡਾਇਬੀਟੀਜ਼ ਦਾ ਰਿਲੇਸ਼ਨ ਨਹੀਂ ਹੈਗਾ। ਜਿਹੜੀ ਆਪਾਂ ਰਿਫਾਈਨਡ ਸ਼ੂਗਰ ਖਾਂਦੇ ਆ, ਜਿਹੜੇ ਰਿਫਾਈਨਡ ਪ੍ਰੋਡਕਟਸ ਖਾਂਦੇ ਆ, ਜਿਵੇਂ ਹੁਣ ਮੰਨ ਲਓ ਆਪਾਂ ਕੁਰਕੁਰੇ ਖਾਈਏ, ਕੁਰਕੁਰੇ ਮਿੱਠੇ ਨਹੀਂ ਹੈਗੇ, ਲੇਕਿਨ ਕੁਰਕੁਰੇ ਨਾਲ ਡਾਇਬੀਟੀਜ਼ ਹੋ ਸਕਦਾ ਹੈ। ਕਿਉਂ? ਕਿਉਂਕਿ ਕੁਰਕੁਰੇ ਵਿੱਚ ਰਿਫਾਈਨਡ ਪ੍ਰੋਸੈਸਡ ਚੀਜ਼ਾਂ ਹੈਗੀਆਂ ਨੇ ਜਿਹੜੇ ਸਾਡੇ ਅੰਦਰ ਜਾ ਕੇ ਸਾਡੀ ਬੋਡੀ ਨੂੰ ਡੈਮੇਜ ਕਰਦੀ ਹੈ। ਸੋ ਉਹ ਸਾਡੇ ਵਾਸਤੇ ਮਾੜਾ ਹੈਗਾ। ਲੇਕਿਨ ਜੇ ਆਪਾਂ ਖਜੂਰ ਖਾ ਰਹੇ ਹਾਂ, ਜੇ ਅਸੀਂ ਅੰਬ ਖਾ ਰਹੇ ਹਾਂ, ਇਹ ਸਾਨੂੰ ਅੰਦਰੋਂ ਜਾ ਕੇ ਠੀਕ ਕਰੇਗਾ, ਕਿਉਂਕਿ ਇਹ ਵਾਹਿਗੁਰੂ ਦਾ ਬਣਾਇਆ ਹੋਇਆ ਭੋਜਨ ਹੈ ਜਿਹੜਾ ਸਾਨੂੰ ਅੰਦਰੋਂ ਤੋਂ ਡਿਟੌਕਸ ਕਰਦਾ ਆ। ਜੀ ਠੀਕ ਹੈ। ਸੋ ਇਹ ਤਾਂ ਸਵੇਰ ਦਾ ਹੋ ਗਿਆ ਕਿ ਆਪਾਂ ਫਰੂਟ ਜਿਹੜਾ ਹੈ 9 ਤੋਂ ਲੈ ਕੇ 11 ਵਜੇ ਤੱਕ ਜਿਹੜਾ ਜਿੰਨਾ ਵੀ ਚਾਹੀਏ ਖਾ ਸਕਦੇ ਹਾਂ। ਠੀਕ ਹੈ। ਹਾਂਜੀ, ਸੋ 9 ਤੋਂ 12 ਵਜੇ ਤੱਕ ਆਪਾਂ ਇਹ ਫਰੂਟ ਲੈ ਲੈਣਾ ਹੈ। ਉਸ ਤੋਂ ਬਾਅਦ ਲੰਚ ਦਾ ਟਾਈਮ ਆ ਜਾਂਦਾ ਹੈ ਲਗਭਗ 12:30 ਵਜੇ ਦੇ ਆਸ-ਪਾਸ। 12:30 ਵਜੇ ਆਪਾਂ ਆਪਣਾ ਲੰਚ ਕਰਨਾ ਹੈ 2 ਪਲੇਟਾਂ ਵਿੱਚ। ਇੱਕ ਪਲੇਟ ਵਿੱਚ ਹੋਣਗੀਆਂ ਕੱਚੀ ਸਬਜ਼ੀਆਂ, ਜਿਵੇਂ ਖੀਰੇ, ਟਮਾਟਰ, ਪਿਆਜ਼, ਗਾਜਰ, ਮਟਰ, ਜੋ ਵੀ ਆਪਾਂ ਕੱਚੀ ਖਾ ਸਕਦੇ ਹਾਂ, ਹਰੇ ਪੱਤੇ ਉਹਦੇ ਵਿੱਚ ਪਾ ਕੇ, ਥੋੜੇ ਸਪਰਾਊਟਸ ਜਾਂ ਥੋੜੇ ਡਰਾਈ ਫਰੂਟਸ ਪਾ ਕੇ ਆਪਾਂ ਇੱਕ ਸਲਾਦ ਦਾ ਬਣਾ ਲੈਣਾ ਹੈ, ਘੱਟੋ ਘੱਟ ਲਗਭਗ 400 ਗ੍ਰਾਮ ਦਾ। ਅੱਛਾ ਜੀ, ਠੀਕ ਹੈ। ਹਾਂਜੀ, ਉਹ 400 ਗ੍ਰਾਮ ਸਲਾਦ ਖਾਣ ਤੋਂ ਬਾਅਦ ਫਿਰ ਅਸੀਂ ਦੂਜੀ ਪਲੇਟ ਨੂੰ ਹੱਥ ਪਾਉਣਾ ਹੈ, ਜਿਹਦੇ ਵਿੱਚ ਸਾਡਾ ਘਰ ਦਾ ਬਣਿਆ ਸ਼ਾਕਾਹਾਰੀ ਭੋਜਨ ਹੋਵੇਗਾ। ਉਹਦੇ ਵਿੱਚ ਦਾਲ ਰੋਟੀ ਹੋ ਸਕਦੀ, ਕੁਝ ਵੀ ਹੋ ਸਕਦਾ। ਬਿਲਕੁਲ, ਦਾਲ ਰੋਟੀ ਹੋ ਸਕਦੀ ਹੈ, ਦਾਲ ਸਬਜ਼ੀ ਹੋ ਸਕਦੀ ਹੈ, ਦਾਲ ਚਾਵਲ ਹੋ ਸਕਦੇ ਹੈ, ਇਹ ਸਭ ਚੀਜ਼ਾਂ ਖਾ ਸਕਦੇ ਹਾਂ। ਬਸ ਇਹ ਧਿਆਨ ਰੱਖਣਾ ਹੈ ਕਿ ਆਪਾਂ ਉਹਨੂੰ ਖਾਂਦੇ ਵੇਲੇ ਪਾਣੀ ਉਹਦੇ ਨਾਲ ਨਹੀਂ ਪੀਣਾ, ਤੇ ਖਾਣਾ ਖਾਣ ਤੋਂ ਪਾਣੀ ਹਮੇਸ਼ਾ 1 ਘੰਟੇ ਬਾਅਦ ਪੀਣਾ ਹੈ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਉਸ ਤੋਂ ਬਾਅਦ ਸ਼ਾਮ ਨੂੰ ਅਗਰ ਸਨੈਕਸ ਲੈਣ ਦਾ ਜੀ ਕਰੇ 4-5 ਵਜੇ ਦੇ ਆਸ-ਪਾਸ, ਤੇ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ, ਕੋਈ ਵੀ ਵੈਜੀਟੇਬਲ ਜੂਸ ਪੀ ਸਕਦੇ ਹੋ, ਸਪਰਾਊਟਸ ਖਾ ਸਕਦੇ ਹੋ, ਡਰਾਈ ਫਰੂਟਸ ਖਾ ਸਕਦੇ ਹੋ, ਜਾਂ ਫਿਰ ਖਜੂਰ ਖਾ ਸਕਦੇ ਹੋ, ਜਾਂ ਨਾਰੀਅਲ ਦੀ ਗਿਰੀ ਖਾ ਸਕਦੇ ਹੋ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਤੁਹਾਡੇ ਢਿੱਡ ਵੀ ਭਰ ਦੇਣਗੀਆਂ ਤੇ ਡਿਨਰ ਵਾਸਤੇ ਵੀ ਤੁਸੀਂ ਰੈਡੀ ਹੋ ਜਾਓਗੇ। ਇਹ ਹੈਲਦੀ ਵੀ ਹੁੰਦੀਆਂ ਨੇ। ਤੇ ਡਿਨਰ ਵੀ ਉਦਾਂ ਹੀ ਕਰਨਾ ਹੈ ਜਿੱਦਾਂ ਆਪਾਂ ਲੰਚ ਕੀਤਾ ਹੈ। 1 ਪਲੇਟ ਪੂਰਾ 400 ਗ੍ਰਾਮ ਸਲਾਦ ਭਰ ਕੇ ਖਾਣਾ ਹੈ। ਉਸ ਤੋਂ ਬਾਅਦ ਆਪਾਂ ਰੋਟੀ ਸਬਜ਼ੀ ਖਾ ਸਕਦੇ ਹਾਂ, ਤੇ ਫਿਰ ਉਸ ਤੋਂ ਬਾਅਦ 10 ਮਿੰਟ ਸੈਰ ਕਰਨ ਜਾਣਾ ਹੈਗਾ। ਠੀਕ ਹੈ। ਸੋ ਜਿਵੇਂ ਲੰਚ ਕੀਤਾ ਆਪਾਂ ਉਸੇ ਤਰੀਕੇ ਦੇ ਨਾਲ ਡਿਨਰ ਜਿਹੜਾ ਹੈ ਕਰਨਾ। ਪਹਿਲਾਂ ਆਪਾਂ ਕੱਚੀਆਂ ਸਬਜ਼ੀਆਂ ਜਾਂ ਸਲਾਦ, ਉਸ ਤੋਂ ਬਾਅਦ ਆਪਾਂ ਕੋਈ ਦਾਲ ਫੁਲਕਾ ਜਿਹੜਾ ਖਾਣਾ ਉਹ ਖਾ ਸਕਦੇ ਹਾਂ। ਇੱਥੇ ਇੱਕ ਖਾਸ ਗੱਲ ਇਹ ਹੈ ਕਿ ਜੇ ਆਪਣਾ ਗੇਹੂੰ ਦੀ ਜਗ੍ਹਾ ਅਸੀਂ ਅਗਰ ਕੋਦਰੇ ਦਾ ਆਟਾ ਵਰਤ ਸਕਦੇ ਹਾਂ ਤਾਂ ਜ਼ਿਆਦਾ ਬਿਹਤਰ ਹੋਏਗਾ, ਜ਼ਿਆਦਾ ਜਲਦੀ ਫਰਕ ਪੈਂਦਾ ਇਹਦੇ ਨਾਲ। ਸੋ ਇਹ ਚੀਜ਼ਾਂ ਹੋ ਗਈਆਂ। ਇਹਦੇ ਨਾਲ 2 ਪਰਹੇਜ਼ ਮੇਨ ਜਿਹੜੇ ਰੱਖਣੇ ਆ ਉਹ ਇਹ ਹੈਗਾ, ਕੋਈ ਵੀ ਚੀਜ਼ ਜੋ ਜਾਨਵਰਾਂ ਵਿੱਚੋਂ ਨਿਕਲ ਕੇ ਆਉਂਦੀ ਹੈ ਉਹ ਨਹੀਂ ਖਾਣੀ। ਜਿਵੇਂ ਨੌਨ ਵੈਜ ਹੋ ਗਿਆ, ਮੀਟ, ਮਛਲੀ, ਅੰਡਾ, ਇਹ ਸਾਰੀ ਚੀਜ਼ਾਂ ਨਹੀਂ ਖਾਣੀਆਂ। ਦੁੱਧ ਦੀਆਂ ਬੜੀਆਂ ਚੀਜ਼ਾਂ ਨਹੀਂ ਖਾਣੀਆਂ, ਦੁੱਧ, ਘਿਓ, ਪਨੀਰ, ਮੱਖਣ, ਜਦ ਤੱਕ ਠੀਕ ਨਹੀਂ ਹੋ ਜਾਂਦੇ ਪੂਰੀ ਤਰ੍ਹਾਂ ਨਾਲ ਜੜ ਤੋਂ, ਤਦ ਤੱਕ ਇਹ ਚੀਜ਼ਾਂ ਨਹੀਂ ਵਰਤਣੀਆਂ। ਇਸ ਤੋਂ ਇਲਾਵਾ ਕੀ ਇਹ ਮਾਰਕੀਟ ਵਾਲਾ ਜਿਹੜਾ ਵੀ ਫੂਡ ਹੁੰਦਾ ਹੈ, ਜਿਵੇਂ ਕਿ ਕੋਈ ਵੀ ਚਿਪਸ, ਕੁਰਕੁਰੇ, ਨਮਕੀਨ, ਪੈਟੀਜ਼, 버ਗਰ, ਪੀਜ਼ਾ, ਦੁਨੀਆ ਭਰ ਦੀ ਚੀਜ਼ਾਂ ਆ ਚੁੱਕੀਆਂ ਨੇ ਹੁਣ, ਇਹ ਸਭ ਚੀਜ਼ਾਂ ਨਹੀਂ ਖਾਣੀਆਂ ਜਦ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ। ਸੋ ਇਹ 2 ਇਹ ਹੋ ਗਏ। ਇਸ ਤੋਂ ਇਲਾਵਾ ਇੱਕ ਸਨਲਾਈਟ, ਸੂਰਜ ਦੀ ਧੁੱਪ ਵਿੱਚ ਸਵੇਰੇ ਤੇ ਸ਼ਾਮ, ਮਤਲਬ ਸਵੇਰੇ ਵਾਲੀ ਧੁੱਪ ਜਾਂ ਸ਼ਾਮ ਵਾਲੀ ਧੁੱਪ ਵਿੱਚ ਘੱਟੋ ਘੱਟ ਅੱਧਾ ਘੰਟਾ ਡੇਲੀ ਪੈਣਾ ਆ। ਸੋ ਇਹ ਕੰਪਲੀਟ ਤੁਹਾਡਾ ਡਾਇਬੀਟੀਜ਼ ਰਿਵਰਸਲ ਪ੍ਰੋਟੋਕਾਲ ਹੋ ਗਿਆ।
ਠੀਕ ਹੈ, ਠੀਕ ਹੈ। ਇਹ ਤਾਂ ਹੋ ਗਈ ਸਵੇਰ ਤੋਂ ਲੈ ਕੇ ਕਿ ਉੱਠੇ ਹੋ ਸਵੇਰੇ ਗਰਮ ਪਾਣੀ, ਉਸ ਤੋਂ ਬਾਅਦ ਵੈਜੀਟੇਬਲ ਜੂਸ, ਫਿਰ ਜਿਹੜਾ ਤੁਸੀਂ ਲੰਚ ਡਿਨਰ ਦੱਸਿਆ। ਤੇ ਇਹ ਜਿਹੜੀ ਡਾਈਟ ਹੈਗੀ ਆ, ਮਤਲਬ ਕਿ ਇਹਨੂੰ ਕਿੰਨੀ ਦੇਰ ਆਪਾਂ ਫੋਲੋ ਕਰਨਾ ਹੈ? ਕਿੰਨੀ ਲੰਬੇ ਸਮੇਂ ਤੱਕ, 2 ਮਹੀਨੇ, 3 ਮਹੀਨੇ, 6 ਜਾਂ ਫਿਰ ਸਾਰੀ ਉਮਰ ਇਹ ਚੱਲਣੀ ਹੈ, ਜੇਕਰ ਤੁਸੀਂ ਆਪਣੀ ਡਾਇਬਟੀਜ਼ ਨੂੰ ਠੀਕ ਕਰਨਾ ਚਾਹੋਗੇ? ਜੀ ਬਿਲਕੁਲ, ਜੇ ਤਾਂ ਡਾਇਬੀਟੀਜ਼ ਨਵੀਂ ਹੋਈ ਹੈ ਤਾਂ ਤੁਸੀਂ ਦੇਖੋਗੇ ਹਫ਼ਤੇ ਵਿੱਚ ਹੀ ਤੁਹਾਡਾ ਸ਼ੂਗਰ ਕੰਟਰੋਲ ਹੋਣ ਲੱਗ ਪਏਗਾ, ਰਿਵਰਸ ਹੋਣ ਲੱਗ ਪਵੇਗਾ। ਲੇਕਿਨ ਹੂੰ, ਪੂਰੀ ਤਰ੍ਹਾਂ ਠੀਕ ਹੋਣ ਵਾਸਤੇ, ਕਿਉਰ ਹੋਣ ਵਾਸਤੇ ਕਿ ਮਤਲਬ ਤੁਸੀਂ ਹੁਣ ਬਿਨਾਂ ਦਵਾਈ ਤੋਂ ਕਾਫੀ ਟਾਈਮ ਤੱਕ ਰਹਿ ਸਕਦੇ ਹੋ, ਉਹਦੇ ਵਾਸਤੇ ਤੁਹਾਨੂੰ ਘੱਟੋ-ਘੱਟ 3 ਮਹੀਨੇ ਲਗਾਤਾਰ ਇਹਨੂੰ ਫੋਲੋ ਕਰਨਾ ਪਊਗਾ। 3 ਮਹੀਨਿਆਂ ਵਿੱਚ ਹੂੰ। ਤੁਸੀਂ ਦੇਖੋਗੇ ਤੁਹਾਡੀ ਡਾਇਬੀਟੀਜ਼ ਸ਼ੂਗਰ ਰੇਂਜ ਜਿਹੜੀ ਹੈਗੀ ਕਾਫੀ ਹੱਦ ਤੱਕ ਕੰਟਰੋਲ ਵਿੱਚ ਆ ਚੁੱਕੀ ਹੈ। ਤੇ ਉਹ ਰੇਂਜ ਤੋਂ ਮੈਟਰ ਜ਼ਿਆਦਾ ਨਹੀਂ ਕਰਦਾ, ਮੈਟਰ ਕਰਦਾ ਕਿ ਤੁਹਾਡੇ ਹੈਲਥ ਦੀ ਪੁਆਇੰਟਸ ਕਿੰਨੇ ਮੈਚ ਕਰ ਰਹੇ ਆ, ਜਿਹੜੇ ਮੈਂ ਦੱਸੇ ਸੀਗੇ ਇਸ ਵੀਡੀਓ ਵਿੱਚ। ਸੋ ਅਗਰ ਬਿਲਕੁਲ ਉਹ ਜੀ, ਜੀ। ਜੋ ਉਹ ਹੈਲਥ ਦੇ ਪੁਆਇੰਟਸ ਮੈਚ ਹੋ ਗਏ ਆ, ਸ਼ੂਗਰ ਵੀ ਕਾਫੀ ਕੰਟਰੋਲਡ ਹੈਗੀ ਹੈ, ਤੇ ਇਹਦਾ ਮਤਲਬ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਨਹੀਂ ਹੈਗੇ ਹੋ। ਜਿਵੇਂ ਮੈਂ ACP ਗਾਈਡਲਾਈਨਸ ਦੀ ਗੱਲ ਕੀਤੀ ਸੀ, ਉਹਦੇ ਵਿੱਚ 228 ਤੱਕ ਜਿਨ੍ਹਾਂ ਦੀ ਸ਼ੂਗਰ ਸੀਗੀ, ਉਹ ਵੀ ਉਨੇ ਹੀ ਉਹ ਜ਼ਿਆਦਾ ਵਧੀਆ ਸੀਗੇ, ਬਲਕਿ ਜਿਨ੍ਹਾਂ ਦੀ ਸ਼ੂਗਰ ਘਟਾ ਕੇ 150 ਰੱਖੀ ਜਾ ਰਹੀ ਸੀ। ਦੈਟ ਮੀਨਸ ਕਿ ਦਵਾਈਆਂ ਖਾ ਕੇ ਆਪਣੀ ਸ਼ੂਗਰ ਨੂੰ ਨਾ ਘਟਾਓ, ਇਸ ਡਾਈਟ ਲਾਈਫਸਟਾਈਲ ਵਿੱਚ ਰਹੋ, ਹੈਲਥ ਤੁਹਾਡੀ ਵਧੀਆ ਹੋ ਜਾਏਗੀ, ਸ਼ੂਗਰ ਜਿੰਨੀ ਵੀ ਆਏਗੀ ਉਹ ਵਧੀਆ ਹੀ ਹੋਏਗੀ, 200 ਤੋਂ ਥੱਲੇ ਅਗਰ ਹੈਗੀ ਤਾਂ। ਬਿਲਕੁਲ, ਬਿਲकुल, ਬਿਲकुल, ਠੀਕ ਹੈ, ਠੀਕ ਹੈ। ਸੋ ਦੋਸਤੋ, ਆਸ ਕਰਦੇ ਹਾਂ ਤੁਸੀਂ ਇਸ ਡਾਈਟ ਨੂੰ ਜਿਹੜਾ ਹੈ ਸਮਝ ਲਿਆ ਹੋਵੇਗਾ ਚੰਗੀ ਤਰ੍ਹਾਂ। ਅਦਰਵਾਈਜ਼ ਕੋਈ ਵੱਡੀ ਗੱਲ ਨਹੀਂ ਹੈ, YouTube ਦੇ ਉੱਤੇ ਸਾਡਾ ਇਹ ਪ੍ਰੋਗਰਾਮ ਹੋਏਗਾ, Facebook ਦੇ ਉੱਤੇ ਹੋਏਗਾ, ਤੇ ਤੁਸੀਂ ਜਾ ਕੇ ਜਦੋਂ ਮਰਜ਼ੀ ਇਹਨੂੰ ਚੈੱਕ ਕਰ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਇਹ ਕਰ ਸਕਦੇ ਹੋ ਜਿਹੜੇ ਇਸ ਬਿਮਾਰੀ ਨਾਲ ਜੂਝ ਰਹੇ ਨੇ, ਜਾਂ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਹਜੇ ਤੰਦਰੁਸਤ ਨੇ, ਉਹਨਾਂ ਨੂੰ ਵੀ ਇਹ ਚੀਜ਼ ਜਿਹੜੀ ਹੈ ਬਹੁਤ ਨੋਟ ਕਰਨ ਦੀ ਜ਼ਰੂਰਤ ਹੈਗੀ ਆ। ਭਾਈ ਪਹਿਲਾਂ ਤੋਂ ਆਪਾਂ ਸਾਰਾ ਆਪਣਾ ਇਹੋ ਜਿਹਾ ਰੂਟੀਨ ਬਣਾ ਲਈਏ ਕਿ ਆਪਾਂ ਇਹ ਬਿਮਾਰੀਆਂ ਦੇ ਨੇੜੇ ਵੀ ਨਾ ਜਾਈਏ, ਸੋ ਬਾਅਦ ਚ ਸਾਨੂੰ ਇਹ ਚੀਜ਼ਾਂ ਦੀ ਫਿਰ ਲੋੜ ਨਾ ਪਵੇ, ਜਾਂ ਫਿਰ ਇਹ ਸਾਰੀ ਗੱਲਬਾਤ ਜਿਹੜੀ ਹੈਗੀ ਆ। ਸੋ ਤੁਸੀਂ ਇਹ ਆਪਾਂ ਡਾਈਟ ਦੀ ਗੱਲ ਕਰਨ ਤੋਂ ਪਹਿਲਾਂ ਦੱਸਿਆ ਸੀ ਕਿ 40 ਸਾਲ ਤੋਂ ਥੱਲੇ ਵਾਲੇ ਲੋਕ ਜਿਹੜੇ ਆ ਉਹ ਇਹਨੂੰ ਫੋਲੋ ਕਰਨ। ਸੋ ਉਸ ਤੋਂ ਉੱਪਰ ਵਾਲਿਆਂ ਵਾਸਤੇ ਕੀ ਤੁਸੀਂ ਦੱਸਦੇ ਹੋ, ਕੀ ਐਡਵਾਈਸ ਹੈਗੀ ਆ ਕਿ 40 ਸਾਲ ਤੋਂ ਉੱਪਰ ਹੈ, ਜਾਂ ਫਿਰ ਜਿਹੜੀ ਸ਼ੂਗਰ ਆ ਬੜੀ ਪੁਰਾਣੀ ਪੀੜਤ ਹੋਏ ਨੇ, ਸੋ ਉਹਨਾਂ ਵਾਸਤੇ ਤੁਸੀਂ ਕੀ ਦੱਸੋਗੇ? ਹਾਂਜੀ, ਉਹਨਾਂ ਵਾਸਤੇ ਇਹ ਹੈਗਾ ਕਿ ਫੋਲੋ ਤਾਂ ਉਹ ਵੀ ਕਰ ਸਕਦੇ ਇਹ ਵਾਲੀ ਡਾਈਟ, ਲੇਕਿਨ ਯੂਜ਼ਲੀ ਕੀ ਹੁੰਦਾ ਹੈ, ਕਾਫੀ ਸਾਰੀ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਬੰਦੇ ਦੇ ਮਨ ਵਿੱਚ ਥੋੜਾ ਜਿਹਾ ਕੌਨਫੀਡੈਂਸ ਘੱਟ ਹੁੰਦਾ ਹੈ, ਉਹਦੇ ਵਾਸਤੇ ਗਾਈਡ ਦੀ ਜ਼ਰੂਰਤ ਹੁੰਦੀ ਹੈ। ਸੋ ਜੇ ਸਾਡੇ ਠੀਕ ਹੈ। ਤੋਂ ਤੁਸੀਂ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਤੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ, gosatvik.ca, GOSATVIK.ca। ਉਹਦੇ ਵਿੱਚ ਸਾਡੀ ਵੀਡੀਓਜ਼ ਵੀ ਹੈਗੀਆਂ, ਸਾਡਾ ਕੰਟੈਕਟ ਨੰਬਰ ਵੀ ਹੈਗਾ, ਸਾਡੇ ਫੋਰਮ ਆਨਲਾਈਨ ਜਿਹੜਾ ਹੈਗਾ ਉਹ ਵੀ ਹੈਗਾ, ਉਸ ਨੂੰ ਤੁਸੀਂ ਭਰ ਕੇ ਆਪਣੀ ਟ੍ਰੀਟਮੈਂਟ ਆਨਲਾਈਨ ਵੀ ਲੈ ਸਕਦੇ ਹੋ, ਤਾਂ ਕਿ ਤੁਹਾਨੂੰ ਗਾਈਡੈਂਸ ਮਿਲਦੀ ਰਹੇ ਕਿ ਕਿਵੇਂ ਕਦ ਕਿਵੇਂ ਆਪਣਾ ਡਾਈਟ ਪਲਾਨ ਬਦਲਣਾ ਹੈਗਾ, ਕੀ ਐਡ ਕਰਨਾ ਹੈ, ਜੀ। ਕੀ ਘਟਾਉਣਾ ਹੈ, ਉਹ ਅਸੀਂ ਹੈਲਪ ਕਰ ਸਕਦੇ ਹਾਂ। ਸੋ ਅਗਲਾ ਜਿਹੜਾ ਸਵਾਲ ਹੈ ਜੀ, ਕਿ ਜਿੱਥੇ ਜਿਸ ਨੂੰ ਸ਼ੂਗਰ ਹੋਈ ਆ, ਆਬਵੀਅਸਲੀ ਉਹ ਤਾਂ ਦਵਾਈਆਂ ਤਾਂ ਖਾਂਦਾ ਹੀ ਹੋਊਗਾ, ਕੋਈ ਕਿਸੇ ਨੂੰ ਟੀਕਿਆਂ ਦੇ ਉੱਤੇ ਲਾਇਆ ਹੋਊਗਾ ਡਾਕਟਰਾਂ ਨੇ, ਕਿਸੇ ਨੂੰ ਟੈਬਲੇਟਸ ਦੇ ਉੱਤੇ। ਸੋ ਉਹ ਦਵਾਈ ਫਿਰ ਜਦੋਂ ਇਹ ਡਾਈਟ ਫੋਲੋ ਕਰਨੀ ਹੈ ਤਾਂ ਉਹਨੂੰ ਜਾਰੀ ਰੱਖਣਾ ਹੈ ਜਾਂ ਫਿਰ ਬੰਦ ਕਰ ਸਕਦੇ ਹਾਂ? ਹਾਂਜੀ, ਇੱਥੇ ਸਮਝਣ ਵਾਲੀ ਗੱਲ ਇਹ ਹੈਗਾ ਕਿ ਜਿਹੜੀ ACP ਗਾਈਡਲਾਈਨਸ ਦੇ ਅਕੋਰਡਿੰਗ ਆਪਾਂ ਦੇਖੀਏ, ਉਹਨਾਂ ਨੇ ਉਹਦੇ ਵਿੱਚ ਲਿਖਿਆ ਹੈ ਕਿ ਜੇ ਕਿਸੇ ਦਾ HbA1c ਆਈ ਥਿੰਕ 6 ਜਾਂ 6.5 ਉਹਨਾਂ ਨੇ ਕੁਝ ਲਿਖਿਆ ਸੀਗਾ, ਕਿ ਅਗਰ ਉਦੋਂ ਥੱਲੇ ਆਉਣ ਲੱਗ ਪਿਆ ਹੈ ਤੇ ਉਹ ਆਪਣੀ ਦਵਾਈਆਂ ਨੂੰ ਘਟਾ ਸਕਦੇ ਆ। ਦੈਟ ਮੀਨਸ ਕਿ ਅਗਰ ਤੁਹਾਡੀ ਖਾਣਾ ਖਾਣ ਤੋਂ 2 ਘੰਟੇ ਬਾਅਦ ਵਾਲੀ ਸ਼ੂਗਰ ਜਿਹੜੀ ਹੈਗੀ 170 ਤੋਂ ਥੱਲੇ ਆਉਣ ਲੱਗ ਪਈ ਹੈ, ਤੇ ਤੁਸੀਂ ਆਪਣੀ ਡੋਜ਼ ਘਟਾ ਸਕਦੇ ਹੋ। ਫੋਰ ਐਗਜ਼ਾਮਪਲ, ਜਿਵੇਂ ਮੰਨ ਲਓ ਕਿ ਮੇਰੀ ਹਾਲੇ ਸ਼ੂਗਰ ਜਿਹੜੀ ਹੈਗੀ ਡਾਈਟ ਸ਼ੁਰੂ ਕਰਨ ਤੋਂ ਪਹਿਲਾਂ ਰੋਟੀ ਖਾਣ ਤੋਂ 2 ਘੰਟੇ ਬਾਅਦ ਆਉਂਦੀ ਹੈ 200 ਦੇ ਆਸ-ਪਾਸ, ਤੇ ਮੈਂ ਦਵਾਈਆਂ ਵੀ ਖਾ ਰਿਹਾ ਹੈਗਾ 2 ਡੋਜ਼, ਇੱਕ ਸਵੇਰੇ ਇੱਕ ਸ਼ਾਮੀ। ਠੀਕ ਹੈ। ਮੈਂ ਡਾਈਟ ਸ਼ੁਰੂ ਕਰ ਦਿੱਤੀ, ਤੁਸੀਂ ਦੇਖੋਗੇ ਡਾਈਟ ਸ਼ੁਰੂ ਕਰਨ ਤੋਂ 3-4 ਦਿਨ ਬਾਅਦ ਹੀ ਤੁਹਾਡੀ ਜਿਹੜੀ ਖਾਣਾ ਖਾਣ ਤੋਂ 2 ਘੰਟੇ ਬਾਅਦ ਵਾਲੀ ਸ਼ੂਗਰ ਹੈਗੀ ਉਹ 200 ਦੀ ਜਗ੍ਹਾ ਹੁਣ 170 160 ਦੇ ਆਸ-ਪਾਸ ਆਉਣ ਲੱਗ ਪਵੇਗੀ। ਓਕੇ, ਠੀਕ ਹੈ। ਹਾਂ, ਤਾਂ ਜੋ 160 165 ਜਾਂ 170 ਤੋਂ ਥੱਲੇ ਆਉਣ ਲੱਗ ਪਈ, ਦੈਟ ਮੀਨਸ ਕਿ ਹੁਣ ਤੁਸੀਂ ਆਪਣੀ ਦਵਾਈਆਂ ਨੂੰ ਘਟਾ ਲਓ, ਫਿਰ ਤੁਸੀਂ ਆਪਣੀ ਸਵੇਰ ਵਾਲੀ ਡੋਜ਼ ਨੂੰ ਬੰਦ ਕਰ ਦਿਓ, ਡਾਈਟ ਕੰਟੀਨਿਊ ਰੱਖੋ। ਫਿਰ 4-5 ਦਿਨ ਤੁਸੀਂ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਅਜੇ ਵੀ ਸ਼ੂਗਰ ਇੱਕ ਡੋਜ਼ ਨਾਲ ਹੀ ਉਨੀ ਆਉਣ ਲੱਗ ਪਈ ਹੈ ਜਿੰਨੀ ਪਹਿਲਾਂ ਦਵਾਈਆਂ ਨਾਲ ਆਉਂਦੀ ਸੀਗੀ। ਦੈਟ ਮੀਨਸ ਕਿ ਡਾਈਟ ਜਿਹੜੀ ਹੈ ਦਵਾਈ ਦਾ ਕੰਮ ਕਰਨ ਲੱਗ ਪਈ ਹੈ। ਫਿਰ ਤੁਸੀਂ ਕੀ ਕਰੋਗੇ ਕਿ ਅਜੇ ਵੀ ਅਗਰ 170 ਤੋਂ ਥੱਲੇ ਆ ਰਹੀ ਹੈ, ਫਿਰ ਤੁਸੀਂ ਦੂਸਰੀ ਡੋਜ਼ ਵੀ ਹਟਾ ਦੋਗੇ ਸ਼ਾਮ ਦੀ, ਫਿਰ ਡਾਈਟ ਕੰਟੀਨਿਊ ਕਰੋਗੇ, ਫਿਰ ਤੁਸੀਂ ਦੇਖੋਗੇ ਕਿ ਹਾਂ ਵਾਕਈ 170 ਤੋਂ ਥੱਲੇ ਰਹਿਣ ਲੱਗ ਪਈ ਹੈ ਸਾਡੀ ਸ਼ੂਗਰ, ਤੇ ਫਿਰ ਕੰਟੀਨਿਊ ਉਹਨੂੰ 1-2 ਮਹੀਨੇ ਤੱਕ 3 ਮਹੀਨੇ ਤੱਕ ਫੋਲੋ ਕਰੋ ਚੰਗੀ ਤਰ੍ਹਾਂ, ਪੂਰੀ ਤੁਹਾਡੀ ਸ਼ੂਗਰ ਜਿਹੜੀ ਕੰਟਰੋਲ ਵਿੱਚ ਰਹੇਗੀ, ਲੰਬੇ ਟਾਈਮ ਵਾਸਤੇ ਸਟੇਬਲ ਹੋ ਜਾਏਗੀ, ਫਿਰ ਤੁਹਾਨੂੰ ਕਦੀ ਵੀ ਮੈਡੀਸਿਨ ਖਾਣ ਦੀ ਲੋੜ ਨਹੀਂ ਪਏਗੀ ਜੇ ਤੁਸੀਂ ਇਸ ਤਰ੍ਹਾਂ ਦੀ ਡਾਈਟ ਤੇ ਰਹੋਗੇ। ਇੱਥੇ ਮੈਂ ਇੱਕ ਆਪਸ਼ਨ ਦਿੰਦਾ ਹੈ, ਕਈ ਵਾਰੀ ਲੋਕੀ ਪੁੱਛਦੇ ਆ ਕਿ ਹੁਣ ਸਾਨੂੰ 3 ਮਹੀਨੇ ਹੋ ਗਏ ਫੋਲੋ ਕਰਦੇ, ਅਸੀਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਾਂ, ਪੂਰੀ ਤਰ੍ਹਾਂ ਹੈਲਦੀ ਹੋ ਚੁੱਕੇ ਹਾਂ, ਲੇਕਿਨ ਸਾਨੂੰ ਟੇਸਟੀ ਚੀਜ਼ਾਂ ਖਾਣ ਦਾ ਮਨ ਕਰਦਾ ਹੈ, ਇਹ ਸਾਰੀ ਚੀਜ਼ਾਂ। ਬਿਲਕੁਲ, ਜੀ, ਜੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦ ਤੁਸੀਂ ਇਸ ਡਾਈਟ ਨੂੰ ਫੋਲੋ ਕਰੋਗੇ, ਤੁਸੀਂ ਦੇਖੋਗੇ ਕਿ ਇਹੀ ਤੁਹਾਨੂੰ ਟੇਸਟੀ ਲੱਗਣ ਲੱਗ ਪਵੇਗੀ, ਜਿਹੜੀ ਤੁਸੀਂ ਚੀਜ਼ਾਂ ਪਰਹੇਜ਼ ਕਰਦੇ ਸੀ ਉਹ ਤੁਹਾਨੂੰ ਵੈਸੇ ਹੀ ਟੇਸਟੀ ਲੱਗਣਾ ਬੰਦ ਹੋ ਜਾਏਗੀ, ਕਿਉਂਕਿ ਪਹਿਲੀ ਗੱਲ ਤਾਂ ਉਹ ਤੁਹਾਨੂੰ ਬਿਮਾਰ ਕਰਦੀ ਸੀਗੀ, ਜਿਹੜੀ ਚੀਜ਼ ਤੁਹਾਨੂੰ ਬਿਮਾਰ ਕਰ ਰਹੀ ਸੀ, ਅਗਰ ਤੁਸੀਂ ਖਾਣ ਲੱਗ ਪਏ ਤਾਂ ਤੁਸੀਂ ਫਿਰ ਬਿਮਾਰ ਹੋ ਸਕਦੇ ਹੋ। ਸੋ ਤੁਸੀਂ ਹੈਲਦੀ ਡਾਈਟ ਫੋਲੋ ਕਰੋ, ਲੇਕਿਨ ਹਫਤੇ ਵਿੱਚ 1 ਜਾਂ 2 ਵਾਰੀ ਤੁਹਾਡਾ ਕੁਝ ਮਨ ਕਰੇ, ਜਾਂ ਕਿਸੇ ਪਾਰਟੀ ਵਿੱਚ ਜਾਓ ਜਾਂ ਕਿਸੇ ਘਰ ਜਾਓ, ਉੱਥੇ ਜੋ ਖਾਣ ਦਾ ਜੀ ਕਰੇ ਤੁਸੀਂ ਖਾ ਸਕਦੇ ਹੋ, ਲੇਕਿਨ ਡੇਲੀ ਨਹੀਂ, 1-2 ਵਾਰੀ ਖਾ ਸਕਦੇ ਹੋ। ਬਿਲਕੁਲ, ਅੱਜ ਸਮਾਂ ਉਹ ਆ ਗਿਆ ਜਦੋਂ ਫਾਸਟ ਫੂਡ ਬਹੁਤ ਹਾਵੀ ਹੈ ਸਾਡੇ ਉੱਤੇ,
ਸਾਡੇ ਆਲੇ ਦੁਆਲੇ ਹੁਣ ਤਾਂ ਹੋਮ ਡਿਲੀਵਰੀਜ਼ ਵੀ ਹੋ ਜਾਂਦੀਆਂ, ਹਰ ਇੱਕ ਮੈਕਡੋਨਲਡ ਜਾਂ ਹੋਰ ਜਿਹੜੇ ਵੀ ਜਿੰਨੇ ਵੀ ਹੈ, ਚਲੋ ਆਪਾਂ ਨਾਮ ਕਾਹਨੂੰ ਲੈਣਾ ਜ਼ਿਆਦਾ। ਤੇ ਇਹ ਚੀਜ਼ਾਂ ਜਿਹੜੀਆਂ ਮਤਲਬ ਕਹਿਣ ਦਾ ਵੀ ਬਹੁਤ ਲਿਮਿਟਡ ਜਿਹੜੀਆਂ ਕੁਆਂਟੀਟੀ ਦੇ ਵਿੱਚ ਵਰਤਣੀਆਂ ਚਾਹੀਦੀਆਂ। ਮਤਲਬ ਕਹਿਣ ਦਾ ਵੀ ਕਹਿੰਦਾ ਮਹੀਨੇ 2 ਮਹੀਨਿਆਂ ਬਾਅਦ ਇੱਕ ਵਾਰ ਟਰਾਈ ਕਰ ਲਓ ਤਾਂ ਵੱਡੀ ਗੱਲ ਹੈ, ਅਦਰਵਾਈਜ਼ ਡੇਲੀ ਰੂਟੀਨ ਦੇ ਵਿੱਚ ਇਹ ਚੀਜ਼ਾਂ ਨਹੀਂ ਚਾਹੀਦੀਆਂ। ਜਿਵੇਂ ਆਮ ਆਪਾਂ ਦੇਖਦੇ ਹਾਂ ਚਾਹ ਦੀ ਆਦਤ ਹੁੰਦੀ ਹੈ ਸਾਨੂੰ, ਸੋ ਚਾਹ ਵੀ ਜੇ ਘਟਾਣੀ ਚਾਹੀਏ ਤਾਂ ਆਪਾਂ ਘਟਾ ਸਕਦੇ ਹਾਂ। ਸੋ ਇਹ ਚੀਜ਼ਾਂ ਹੈਗੀਆਂ, ਦਰਸ਼ਕੋ ਨੋਟ ਕਰਿਓ। ਬਹੁਤ ਵੱਡੀ ਗੱਲ ਜਿਹੜੀ ਹੈ ਉਹ ਕਮਲਪ੍ਰੀਤ ਸਿੰਘ ਹੋਰਾਂ ਨੇ ਹੁਣ ਦੱਸੀ ਹੈ ਕਿ ਕਿਵੇਂ ਆਪਾਂ ਡਾਈਟ ਜਿਹੜੀ ਹੈ ਵਧੀਆ ਬਣਾ ਲਈਏ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਵਧੀਆ ਹੋ ਜਾਂਦੀ ਹੈ, ਕੋਈ ਵੀ ਬਿਮਾਰੀ ਸਾਡੇ ਲਾਗੇ ਛਾਗੇ ਨਹੀਂ ਭੜਕਦੀ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈਗੀਆਂ। ਸੋ ਹੁਣ ਮੇਰਾ ਸਵਾਲ ਹੈ ਜੀ ਕਿ ਡਾਇਬਟੀਜ਼ ਟਾਈਪ 1 ਜਿਹੜੀ ਹੈ ਉਹਨੂੰ ਕਿਉਰ ਕੀਤਾ ਜਾ ਸਕਦਾ ਹੈ? ਮਤਲਬ ਇਹ ਵੀ ਬੜਾ ਵੱਡਾ ਸਵਾਲ ਹੈਗਾ ਆਮ ਲੋਕਾਂ ਦੇ ਵਿੱਚ, ਇਹਦੇ ਬਾਰੇ ਕੀ ਕਹਾਂ? ਬਹੁਤ ਜ਼ਰੂਰੀ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਡਾਇਬਟੀਜ਼ ਟਾਈਪ 1 ਬਹੁਤ ਜ਼ਿਆਦਾ ਵੱਧ ਰਹੀ ਹੈ। ਅੱਜ ਤੋਂ 40 ਸਾਲ ਪਹਿਲਾਂ ਆਪਾਂ ਗੱਲ ਕਰੀਏ, ਅੱਜ ਤੋਂ 40 ਸਾਲ ਪਹਿਲਾਂ ਡਾਇਬਟੀਜ਼ ਟਾਈਪ 1 ਦਾ ਕੇਸ ਸ਼ਾਇਦ ਕੋਈ ਹੁੰਦਾ ਹੀ ਨਹੀਂ ਸੀਗਾ, ਅਸੀਂ ਕਦੇ ਦੇਖਿਆ ਹੀ ਨਹੀਂ। ਅਸੀਂ ਤਾਂ ਚਲੋ ਸ਼ਾਇਦ ਨਹੀਂ ਸੀਗੇ, ਕਦੀ ਸੁਣਿਆ ਨਹੀਂ, ਕਦੀ ਸਾਡੇ ਪੇਰੈਂਟਸ ਨੂੰ ਆਪਾਂ ਕਹੀਏ ਕਿ ਬੱਚਿਆਂ ਨੂੰ, ਕਿਉਂਕਿ ਪੇਰੈਂਟਸ ਅੱਜਕੱਲ ਕਹਿੰਦੇ ਆ ਨਾ ਕਿ ਸਾਡੇ ਟਾਈਮ ਤਾਂ ਕਿਸੇ ਨੂੰ ਡਾਇਬਟੀਜ਼ ਹੁੰਦੀ ਨਹੀਂ ਸੀ, ਅੱਜ ਤਾਂ ਬੱਚੇ ਨੂੰ ਡਾਇਬਟੀਜ਼ ਹੋਣ ਲੱਗ ਪਈ ਹੈ। 2 ਸਾਲ, ਮੈਨੂੰ ਆਪ 2 ਸਾਲ ਦੇ ਬੱਚੇ, 3 ਸਾਲ, 5 ਸਾਲ, 12 ਸਾਲ ਬੱਚਿਆਂ ਦੇ ਫੋਨ ਆਉਂਦੇ ਆ ਮੈਨੂੰ ਕਿ ਡਾਇਬਟੀਜ਼ ਹੋ ਗਈ ਹੈ, ਦੱਸੋ ਕੀ ਕਰੀਏ। ਸੋ ਇਹਦਾ ਕਾਰਨ ਕੀ ਹੈਗਾ? ਜਿਹੜੇ ਆਪਾਂ ਟੀਕੇ ਲਗਾਉਂਦੇ ਆ ਬੱਚਿਆਂ ਨੂੰ, ਜਿਵੇਂ ਹੁਣ ਕੋਵਿਡ ਦਾ ਆ ਰਿਹਾ ਹੈ, ਜਿਵੇਂ ਪਹਿਲਾਂ ਪੋਲੀਓ ਦੇ ਲੱਗਦੇ ਸੀਗੇ, ਮੀਜ਼ਲਸ, ਇਹ ਸਾਰੀ ਚੀਜ਼ਾਂ ਲੱਗਦੀਆਂ ਸੀਗੀਆਂ, ਇਹਨਾਂ ਟੀਕਿਆਂ ਕਰਕੇ ਸਾਡੀ ਬੋਡੀ ਵਿੱਚ ਆਟੋ ਇਮਿਊਨਿਟੀ ਹੋ ਜਾਂਦੀ ਹੈ। ਆਟੋ ਇਮਿਊਨਿਟੀ ਯਾਨੀ ਕਿ ਸਾਡੀ ਪੈਨਕ੍ਰੀਆਸ ਡੈਡ, ਮਤਲਬ ਉਹਦੇ ਸੈੱਲ ਜਿਹੜੇ ਹੁੰਦੇ ਨੇ ਆਪਣੀ ਬੋਡੀ ਉਸ ਤੇ ਅਟੈਕ ਕਰਨ ਲੱਗ ਪੈਂਦੀ ਹੈ, ਜਿਸ ਕਰਕੇ ਸਾਡਾ ਇਨਸੂਲਿਨ ਪ੍ਰੋਪਰਲੀ ਬਣ ਨਹੀਂ ਪਾਉਂਦਾ, ਜਿਸ ਕਰਕੇ ਅਸੀਂ ਡਾਇਬਟੀਜ਼ ਟਾਈਪ ਦੇ 1 ਦੇ ਪੇਸ਼ੈਂਟ ਬਣ ਜਾਂਦੇ ਆ। ਔਰ ਇਹ ਬਹੁਤ ਜ਼ਿਆਦਾ ਬੁਰੀ ਬਿਮਾਰੀ ਹੈਗੀ, ਕਿਉਂਕਿ ਹਰ ਦਿਨ ਵਿੱਚ 4 ਵਾਰੀ ਸ਼ੂਗਰ ਚੈੱਕ ਕਰੋ, 4 ਵਾਰੀ ਇੰਜੈਕਸ਼ਨ ਲਾਓ, ਤੇ ਕਦੀ ਹਰ ਮਹੀਨੇ 1 ਵਾਰੀ ਹਸਪਤਾਲ ਚੱਕਰ ਮਾਰਨਾ ਪੈਂਦਾ ਹੈ। ਸੋ ਇਹ ਬਹੁਤ ਦਰਦਨਾਕ ਹੈਗੀ। ਇੱਥੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਰ ਜਿਸ ਦਿਨ ਤੁਹਾਨੂੰ ਇਹ ਡਾਇਬਟੀਜ਼ ਡਾਇਗਨੋਸ ਹੁੰਦੀ ਹੈ, ਕਿ ਪਤਾ ਲੱਗਦਾ ਮੇਰੇ ਬੱਚੇ ਨੂੰ ਡਾਇਬਟੀਜ਼ ਹੋ ਗਈ ਹੈ, ਉਸੇ ਦਿਨ ਤੋਂ ਅਗਰ ਅਸੀਂ ਆਪਣੀ ਇਸ ਤਰ੍ਹਾਂ ਦੀ ਡਾਈਟ ਤੇ ਆ ਜਾਈਏ ਤੇ ਸਾਨੂੰ ਸ਼ਾਇਦ ਡਾਇਬਟੀਜ਼ ਟਾਈਪ 1 ਦੇ ਇੰਜੈਕਸ਼ਨ ਨਾ ਲਗਾਉਣੇ ਪੈਣ। ਮਤਲਬ ਕਿ ਜੇ ਉਸੇ ਦਿਨ ਆਪਾਂ ਡਾਇਬਟੀਜ਼ ਟਾਈਪ 1 ਦੀ ਇੰਜੈਕਸ਼ਨ ਲਗਾਉਣ ਤੋਂ ਬਜਾਏ ਇਨਸੂਲਿਨ ਦੇ ਇਸ ਡਾਈਟ ਤੇ ਆ ਜਾਈਏ ਤੇ ਅਸੀਂ 100% ਠੀਕ ਹੋ ਸਕਦੇ ਹਾਂ। ਡਾਕਟਰ ਵਿਸ਼ਵਰੂਪ ਰॉय ਚੌਧਰੀ ਜੀ ਨੇ ਵੀ ਇਹ ਬੁੱਕ ਵਿੱਚ ਲਿਖਿਆ, ਉਹਨਾਂ ਨੇ ਆਪਣੇ ਆਪ ਐਕਸਪੀਰੀਅੰਸ ਵਿੱਚ ਦੇਖਿਆ। ਲੇਕਿਨ ਜੇ ਅਸੀਂ ਡਾਇਬਟੀਜ਼ ਟਾਈਪ 1 ਹੋਣ ਤੋਂ 1 ਸਾਲ, 2 ਸਾਲ, 3 ਸਾਲ ਬਾਅਦ ਇਲਾਜ ਕਰਾਈਏ, ਫਿਰ ਡਾਇਬਟੀਜ਼ ਠੀਕ ਹੋਣ ਦੇ ਚਾਂਸ ਘਟਦੇ ਜਾਂਦੇ, ਕਿਉਂਕਿ ਜਿਹੜਾ ਉਹ ਇੰਜੈਕਸ਼ਨ ਹੈ ਸਾਡੀ ਬੋਡੀ ਨੂੰ ਐਕਸਟਰਨਲ ਇਨਸੂਲਿਨ ਤੇ ਡਿਪੈਂਡੈਂਟ ਬਣਾ ਦਿੰਦਾ ਹੈ। ਸੋ ਇਸ ਕਰਕੇ ਜਦੋਂ ਤੁਹਾਨੂੰ ਡਾਇਬਟੀਜ਼ ਟਾਈਪ 1 ਹੋ ਗਿਆ ਹੈ, ਇਮੀਡੀਏਟਲੀ ਜਿੰਨੀ ਛੇਤੀ ਤੋਂ ਛੇਤੀ ਤੁਸੀਂ ਡਾਈਟ ਪਲਾਨ ਆਪਣਾ ਟ੍ਰੀਟਮੈਂਟ ਲਓ ਤੇ ਉਹਨੂੰ ਫੋਲੋ ਕਰਕੇ ਆਪਣੇ ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਜਿੰਨਾ ਟਾਈਮ ਲੱਗਦਾ ਜਾਏਗਾ ਉਹਨਾਂ ਠੀਕ ਹੋਣ ਦੀ ਚਾਂਸ ਘਟਦੀ ਜਾਏਗੀ। ਕਮਲਪ੍ਰੀਤ ਸਿੰਘ ਜੀ, ਅਸੀਂ ਬਹੁਤ ਸਾਰੇ ਕੁਐਸਚਨ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਛੋਏ ਆ ਤੇ ਬਹੁਤ ਸਾਰਿਆਂ ਦੇ ਜਵਾਬ ਤੁਸੀਂ ਦਿੱਤੇ ਨੇ, ਪਰ ਇਸ ਤਰ੍ਹਾਂ ਹੁੰਦਾ ਕਈ ਵਾਰ ਕਿ ਕੋਈ ਕੁਐਸਚਨ ਰਹਿ ਜਾਂਦਾ ਸਾਡੇ ਕੋਲੋਂ ਜਿਹੜਾ ਅਸੀਂ ਪੁੱਛਿਆ ਨਾ ਹੋਵੇ। ਸੋ ਦਰਸ਼ਕ ਜਿਹਨੇ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕਿਸੇ 'ਚ ਵੀ ਕੋਈ ਸਵਾਲ ਆ ਸਕਦਾ ਵੀ ਭਾਈ ਆਹ ਚੀਜ਼ ਤੁਸੀਂ ਕਵਰ ਨਹੀਂ ਕੀਤੀ। ਸੋ ਜੇਕਰ ਉਹ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਕਿ ਆਹ ਗੱਲ ਦਾ ਜਵਾਬ ਉਹਨਾਂ ਨੂੰ ਚਾਹੀਦਾ, ਜਾਂ ਫਿਰ ਆਪਣੇ ਡਾਈਟ ਪਲਾਨ ਬਾਰੇ ਪੁੱਛਣਾ ਚਾਹੁੰਦੇ ਆ, ਵੱਖ-ਵੱਖ ਉਮਰ ਹੋ ਸਕਦੀ ਹੈ ਉਹਨਾਂ ਦੇ ਵੱਖ-ਵੱਖ ਸਿਚੁਏਸ਼ਨਸ ਹੋ ਸਕਦੀਆਂ ਨੇ, ਉਹ ਕਿਸੇ ਦੇਸ਼ ਵਿੱਚ ਇਸ ਤਰ੍ਹਾਂ ਦੇ ਹੋ ਸਕਦੇ ਜਿੱਥੇ ਜਿਹੜੀਆਂ ਚੀਜ਼ਾਂ ਕਹੀਆਂ ਉਹਨੂੰ ਨਹੀਂ ਫੋਲੋ ਕਰ ਸਕਦੇ। ਸੋ ਤੁਹਾਡੇ ਨਾਲ ਜੇਕਰ ਕੰਟੈਕਟ ਕਰਨਾ ਚਾਹੁੰਦੇ ਆ ਤੇ ਤੁਸੀਂ ਆਪਣਾ ਕੋਈ ਕੰਟੈਕਟ ਜਿਹੜਾ ਦੇ ਸਕਦੇ ਹੋ। ਹਾਂਜੀ, ਮੇਰਾ WhatsApp ਨੰਬਰ ਜਿਹੜਾ ਹੈਗਾ 9718422691, ਇਹ ਇੰਡੀਆ ਵਾਲਾ ਹੈਗਾ ਤੇ ਇਹਦੇ ਤੇ WhatsApp ਕਰਨਾ ਬੈਟਰ ਰਹੇਗਾ। ਤੇ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਮੈਨੂੰ ਈਮੇਲ ਕਰ ਦਿੱਤਾ ਜਾਵੇ ਮੇਰੀ ਵੈਬਸਾਈਟ ਤੇ gosatvik.ca, ਇਹ ਵੈਬਸਾਈਟ ਹੈਗੀ, ਇਹਦੇ ਤੇ ਈਮੇਲ ਹੈਗੀ, ਇਹਦੇ ਈਮੇਲ ਕਰ ਸਕਦੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਬੜੀ ਵੱਡੀ ਅੱਜ ਇਹ ਚਰਚਾ ਜਿਹੜੀ ਹੈ ਬੜੀ ਸ਼ਾਰਟ ਦੇ ਵਿੱਚ ਆਪਾਂ ਰੱਖੀ ਹੈ, ਕਿਉਂਕਿ ਆਪਾਂ ਚਾਹੁੰਦੇ ਸੀ ਦਰਸ਼ਕੋ ਕਿ ਇਹਨੂੰ 20 ਮਿੰਟ ਦਾ ਬਣਾਇਆ ਜਾਵੇ ਤਾਂ ਕਿ ਹਰ ਇੱਕ ਤੱਕ ਪਹੁੰਚ ਜਾਵੇ। ਜਦੋਂ ਲੰਬਾ ਪ੍ਰੋਗਰਾਮ ਹੋ ਜਾਂਦਾ ਤਾਂ ਫਿਰ ਦੇਖਣਾ ਜਾਂ ਫਿਰ ਹਰ ਚੀਜ਼ ਜਿਹੜੀ ਸੁਣਨੀ ਆ ਉਹ ਔਖੀ ਹੋ ਜਾਂਦੀ ਹੈ ਅੱਜ ਕੱਲ ਦੇ ਬਿਜ਼ੀ ਸਮੇਂ ਦੇ ਵਿੱਚ। ਸੋ ਇਹ ਪ੍ਰੋਗਰਾਮ ਜਿਹੜਾ ਹੈ ਜੀ ਸਾਡੇ YouTube ਦੇ ਉੱਤੇ ਵੀ ਹਮੇਸ਼ਾ ਰਹੇਗਾ, ਤੁਸੀਂ ਦੇਖ ਸਕਦੇ ਹੋ ਜਦੋਂ ਮਰਜ਼ੀ, ਤੇ Facebook ਦੇ ਉੱਤੇ ਵੀ ਰਹੇਗਾ। ਹਰ ਜਗ੍ਹਾ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਦੇਖੋਗੇ। ਕਮਲਪ੍ਰੀਤ ਸਿੰਘ ਹੋਰਾਂ ਦੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਉਹਨਾਂ ਦਾ ਜਿਹੜਾ ਸਾਰਾ ਸੰਪਰਕ ਜਿਹੜਾ ਉਹਨਾਂ ਨੇ ਦੱਸ ਹੀ ਦਿੱਤਾ। ਸੋ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦਾ, ਤੁਸੀਂ ਜੁੜੇ ਹੋ ਸਾਡੇ ਨਾਲ ਤੇ ਬੜੀ ਵੱਡੀ ਗੱਲਬਾਤ ਜਿਹੜੀ ਹੈ ਇਹਦੇ ਵਿੱਚ ਕੀਤੀ ਹੈ, ਕਿਵੇਂ ਅਸੀਂ ਸ਼ੂਗਰ ਨੂੰ ਕਿਉਰ ਕਰ ਸਕਦੇ ਹਾਂ, ਉਹ ਸਾਰੀ ਗੱਲਬਾਤ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸੀ ਹੈ। ਸੋ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕਮਲਪ੍ਰੀਤ ਸਿੰਘ ਜੀ, ਇੱਥੇ ਹੀ ਫਤਿਹ ਬੁਲਾ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।